ਆਦਤ ਸ਼ੌਕ। ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹਾਂ ਅੰਟਾਰੀਓ ਦੇ ਵਿੱਚ ਤੇ ਅੰਟਾਰੀਓ ਵਿੱਚ ਇਸ ਵਕਤ ਸਾਡੇ ਨਾਲ ਬੈਠੇ ਨੇ ਮਿੰਨੀ ਗਰੇਵਾਲ। ਮਿੰਨੀ ਗਰੇਵਾਲ ਉਹਨਾਂ ਨੂੰ ਜਾਣਿਆ ਜਾਂਦਾ ਜਿੱਥੇ ਕਿ ਪਹਿਲਾਂ ਉਹਨਾਂ ਨੇ ਸੋਵੀਅਤ ਲੈਂਡ ਜੋ ਕਿ ਇੱਕ ਮੈਗਜ਼ੀਨ ਸੀ ਬਹੁਤ ਪੁਰਾਣਾ, ਜਿਹਨੇ ਬਹੁਤ ਸਾਰਾ ਰਸ਼ੀਆ ਦਾ ਸਾਹਿਤ ਹੈ ਜਿਹੜਾ ਉਹ ਪੰਜਾਬ 'ਚ ਲਿਆਂਦਾ। ਇੱਕ ਨਵੇਂ ਤਰ੍ਹਾਂ ਦੇ ਜਿਹੜੇ ਮੌਕੇ ਆ ਜਾਂ ਨਵੇਂ ਤਰ੍ਹਾਂ ਦਾ ਜਿਹੜਾ ਸਕੋਪ ਆ ਉਹ ਦਿੱਤਾ ਪੰਜਾਬ ਦੇ ਸਾਹਿਤ ਨੂੰ, ਉਸ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਇਹਨਾਂ ਨੂੰ ਜਾਣਿਆ ਜਾਂਦਾ ਪੂਰੀ ਦੁਨੀਆ ਘੁੰਮਣ ਲਈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਇਹਨਾਂ ਨੇ ਸੈਰ ਕੀਤੀ ਆ। ਅਤੇ ਉਸ ਤੋਂ ਇਲਾਵਾ ਇਹਨਾਂ ਦੀ ਇੱਕ ਹੋਰ ਪ੍ਰਾਪਤੀ ਹੈ ਕਿ ਇਹ ਲੇਖਕ ਵੀ ਨੇ ਅਤੇ ਹੁਣ ਤੱਕ ਕਈ ਕਿਤਾਬਾਂ ਲਿਖ ਚੁੱਕੇ ਨੇ, ਕਈ ਕਹਾਣੀਆਂ ਲਿਖ ਚੁੱਕੇ ਨੇ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੀਆਂ ਕਹਾਣੀਆਂ ਦੀ, ਇਹਨਾਂ ਦੇ ਪਾਤਰਾਂ ਦੀ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਟੀਵੀ ਪੰਜਾਬ 'ਤੇ। ਹਾਂਜੀ, ਥੈਂਕ ਯੂ ਸੋ ਮਚ। ਅੱਜ ਆਪਾਂ ਗੱਲ ਆਏ ਹਾਂ ਤੁਹਾਡੇ ਕੋਲ ਕਿ ਤੁਹਾਡੇ ਕਹਾਣੀਆਂ ਬਾਰੇ ਗੱਲਬਾਤ ਕੀਤੀ ਜਾਵੇ। ਹਾਂਜੀ, ਦੱਸੋ ਤੁਹਾਨੂੰ ਕਿਹੜੀਆਂ ਲੱਗਦੀਆਂ। ਮੈਂ ਜਿੰਨੀਆਂ ਕਹਾਣੀਆਂ ਪੜ੍ਹੀਆਂ, ਪਹਿਲਾਂ ਮੈਂ ਗੱਲਬਾਤ ਇੱਥੋਂ ਸ਼ੁਰੂ ਕਰਨੀ ਚਾਹੁੰਦਾ ਕਿ ਤੁਸੀਂ ਸਫ਼ਰ ਬਹੁਤ ਜ਼ਿਆਦਾ ਕੀਤਾ ਹੋਇਆ। ਤਾਂ ਅਸੀਂ ਕਹਿੰਦੇ ਹਾਂ ਕਿ ਬੰਦੇ ਦੀ ਜ਼ਿੰਦਗੀ ਆ ਇੱਕ ਸਫ਼ਰ ਹੀ ਆ, ਸਾਰੀ ਜ਼ਿੰਦਗੀ ਉਹ ਸਫ਼ਰ ਚੱਲਦਾ ਰਹਿੰਦਾ। ਪਰ ਕਈ ਬੰਦਿਆਂ ਦਾ ਸਫ਼ਰ ਇਹੋ ਜਿਹਾ ਹੁੰਦਾ ਕਿ ਇੱਕ ਸ਼ਹਿਰ 'ਚ ਹੀ ਖਤਮ ਹੋ ਜਾਂਦਾ, ਉਹ ਸ਼ਹਿਰ ਦੀ ਹੱਦ ਨਹੀਂ ਟੱਪਦੇ। ਤੁਸੀਂ ਦੁਨੀਆ ਘੁੰਮੀ ਆ, ਸੋ ਤੁਹਾਨੂੰ ਲੱਗਦਾ ਕਿ ਤੁਹਾਡੀ ਲੇਖਣੀ ਦੇ ਵਿੱਚ ਜਿਹੜਾ ਤੁਹਾਡੇ ਸਫ਼ਰ ਦਾ ਕਿੰਨਾ ਕੁ ਹੱਥ ਹੈ? ਦੇਖੋ ਜੀ, ਸਫ਼ਰ ਕਰਦੇ ਹੋ ਤੁਸੀਂ, ਦੂਸਰੇ ਦੇਸ਼ਾਂ ਵਿੱਚ ਜਾਂਦੇ ਹੋ, ਲੋਕਾਂ ਨੂੰ ਮਿਲਦੇ ਹੋ, ਉੱਥੋਂ ਦੀ ਜ਼ਿੰਦਗੀ ਦਾ ਪਤਾ ਲੱਗਦਾ ਹੈ, ਕੋਈ ਨਾ ਕੋਈ ਐਕਸਪੀਰੀਅੰਸ ਉੱਥੋਂ ਵੀ ਤੁਹਾਨੂੰ ਹੁੰਦਾ ਹੈ। ਅਤੇ ਕਹਾਣੀਆਂ ਲਿਖਣ ਵਾਸਤੇ ਇਹ ਜਿਹੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਕਿ ਤੁਸੀਂ ਲੋਕਾਂ ਨੂੰ ਮਿਲੋ, ਸਫ਼ਰ ਕਰੋ ਔਰ ਉਹਨਾਂ ਦੀ ਜ਼ਿੰਦਗੀ ਦੇਖੋ, ਅਤੇ ਉੱਥੋਂ ਹੀ ਕਹਾਣੀਆਂ ਪੈਦਾ ਹੁੰਦੀਆਂ ਨੇ। ਹੁਣ ਕਮਰੇ ਵਿੱਚ ਬੈਠ ਕੇ ਤਾਂ ਕਹਾਣੀ ਹੋ ਨਹੀਂ ਸਕਦੀ ਚਾਰ ਦੀਵਾਰਾਂ ਦੀ। ਤੇ ਲੇਕਿਨ ਮੈਂ ਇਸੇ ਲਈ ਘੁੰਮੀ, ਔਰ ਦੂਸਰਾ ਮੈਨੂੰ ਸ਼ੌਕ ਹੈਗਾ ਘੁੰਮਣ ਦਾ, ਦੁਨੀਆ ਦੇਖਣ ਦਾ, ਪੜ੍ਹਨ ਦਾ ਔਰ ਲਿਖਣ ਦਾ। ਅੱਜ ਤੁਹਾਡੀ ਲੇਖਣੀ ਬਾਰੇ ਗੱਲ ਕਰ ਲਈ, ਆਪਾਂ ਇੱਥੇ ਦੁਬਾਰਾ ਬੈਠੇ ਹਾਂ। ਅਤੇ ਸਭ ਤੋਂ ਪਹਿਲਾਂ ਸ਼ੁਰੂਆਤ ਦੱਸ ਦਿਓ ਕਿ ਸਭ ਨੂੰ ਪਤਾ ਕਿ ਤੁਸੀਂ ਸੋਵੀਅਤ ਲੈਂਡ ਜੋ ਬਹੁਤ ਪੁਰਾਣਾ ਮੈਗਜ਼ੀਨ ਸੀ, ਤੁਸੀਂ ਉਹਦੇ ਲਈ ਕਾਫੀ ਕੰਮ ਕੀਤਾ, ਟੈਕਨੀਕਲ ਐਡੀਟਰ ਸੀ ਤੁਸੀਂ ਉਹਦੇ। ਸੋ ਉਹ ਇੱਕ ਸਾਹਿਤ ਨਾਲ ਜੁੜੀ ਹੋਈ ਚੀਜ਼ ਸੀਗੀ। ਸੋ ਤੁਸੀਂ ਆਪਣਾ ਲੇਖਣੀ ਦਾ ਜਿਹੜਾ ਕੰਮ ਹੈ ਲੇਖਕਾ ਵਜੋਂ ਉਦੋਂ ਸ਼ੁਰੂ ਕੀਤਾ ਜਾਂ ਉਸ ਤੋਂ ਬਾਅਦ ਸ਼ੁਰੂ ਕੀਤਾ? ਨਹੀਂ ਜੀ, ਦੇਖੋ ਉਹ ਤਾਂ ਕੰਮ ਨੌਕਰੀ ਸੀ, ਕੰਮ ਹੈ। ਮੈਂ ਉਹਦੀ ਅਖੀਰ ਦੇ ਵਿੱਚ ਜਾ ਕੇ ਸੀਨੀਅਰ ਟੈਕਨੀਕਲ ਐਡੀਟਰ ਸੀਗੀ ਸੋਵੀਅਤ ਲੈਂਡ ਦੀ। ਸਾਰਾ ਮੈਂ ਹੀ ਦੇਖਦੀ ਸੀ, ਉਹਦੀ ਪ੍ਰਿੰਟਿੰਗ ਤੱਕ। ਲੇਕਿਨ ਲਿਖਣ ਦਾ ਤਾਂ ਜਦੋਂ ਮੈਂ ਕਾਲਜ ਵਿੱਚ ਸੀ, ਸਕੂਲ ਵਿੱਚ ਸੀ, ਤਾਂ ਸਾਨੂੰ ਐਸੇ ਲਿਖਣੇ ਪੈਂਦੇ ਸੀ। ਅਤੇ ਐਸੇ ਲਿਖਦੇ ਉਹ ਮੈਂ ਕੋਈ ਬਹੁਤ ਹੀ ਸੋਹਣਾ ਐਸੇ ਲਿਖਤਾ ਹੋਣਾ। ਅਤੇ ਮੈਨੂੰ ਪ੍ਰੋਫੈਸਰ ਨੇ ਕਿਹਾ, ਕਹਿੰਦਾ ਕਿ ਤੇਰੇ ਵਿੱਚ ਤਾਂ ਲਿਆਕਤ ਹੈ ਲਿਖਣ ਦੀ, ਤੂੰ ਲਿਖਣਾ ਸ਼ੁਰੂ ਕਰ। ਉਸ ਤੋਂ ਬਾਅਦ ਜਦੋਂ ਮੈਂ ਦਿੱਲੀ ਸੀ, ਇੱਥੇ ਪਾਪਾ ਪ੍ਰੀਤਮ ਜੀ ਆਉਂਦੇ ਹੁੰਦੇ ਸੀ, ਨਵਯੁਗ ਪ੍ਰੈਸ ਵਾਲੇ। ਅਤੇ ਉਹਨਾਂ ਨੇ ਵੀ ਜਦੋਂ ਮਿਲਣਾ ਤਾਂ ਉਹਨਾਂ ਨੇ ਵੀ ਕਹਿਣਾ ਕਿ ਮੈਨੇ ਲਿਖਿਆ ਕਰ, ਤੇਰੇ 'ਚ ਕਾਬਲੀਅਤ ਹੈ ਲਿਖਣ ਦੀ। ਅਤੇ ਫਿਰ ਉਦੋਂ ਮੈਂ ਹੌਲੀ ਹੌਲੀ ਸੋਚਿਆ ਵੀ ਠੀਕ ਹੈ, ਕਿਉਂ ਨਾ ਲਿਖਾਂ। ਉੱਥੋਂ ਫਿਰ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਅਤੇ ਉਹ ਪਾਪਾ ਪ੍ਰੀਤਮ ਦੀ ਮੈਨੂੰ ਕਾਫੀ ਸ਼ਹਿ ਸੀ। ਉਹ ਮੇਰੀ ਪਹਿਲੀ ਕਿਤਾਬ ਵੀ ਉਹਨਾਂ ਨੇ ਛਾਪੀ। ਮੈਨੂੰ ਕਹਿੰਦੇ ਆਪਣੀਆਂ ਕਹਾਣੀਆਂ ਦੇ। ਮੈਂ ਉਹਨਾਂ ਨੂੰ ਕਹਾਣੀਆਂ ਦੇ ਆਈ ਸੀ, ਅੱਗੇ ਉਹਨਾਂ ਨੇ ਕੰਮ ਕੀਤਾ, ਮੈਨੂੰ ਮੁੜ ਕੇ ਪਤਾ ਹੀ ਨਹੀਂ ਲੱਗਿਆ। ਕੈਕਟਸ ਦੇ ਫੁੱਲ। ਹਾਂਜੀ, ਉਹ ਮੈਂ ਕੈਨੇਡਾ ਆ ਗਈ ਸੀ, ਮੈਂ ਉਸ ਤੋਂ ਪਿੱਛੋਂ ਉਹਨਾਂ ਨੇ ਛਾਪੀ ਹੈ। ਹਾਂਜੀ, ਖਾਸ ਕਰਕੇ ਇਹ ਕਿਹਾ ਜਾਂਦਾ ਕਿ ਲੇਖਕਾਂ ਦੇ ਵਿੱਚ ਕਿ ਜਿਹੜੀ ਉਹਨਾਂ ਦੀ ਪਹਿਲੀ ਕਹਾਣੀ ਹੋਵੇ ਤਾਂ ਜਿਹੜੀ ਪਹਿਲੀ ਉਹਨਾਂ ਦੀ ਕਿਰਤ ਹੁੰਦੀ ਆ, ਉਹਦੇ ਵਿੱਚ ਬਹੁਤ ਕੁਛ ਆਪਣਾ ਹੁੰਦਾ, ਆਪਣੇ ਐਕਸਪੀਰੀਅੰਸ ਹੁੰਦੇ, ਆਪਣਾ ਤਜਰਬਾ। ਹਾਲਾਂਕਿ ਤੁਹਾਡੀਆਂ ਕਹਾਣੀਆਂ ਮੈਂ ਦੇਖੀਆਂ, ਸਾਰਾ ਕੁਛ ਆਪਣਾ ਹੀ ਆ, ਪਰ ਉਹ ਬਹੁਤ ਜ਼ਿਆਦਾ ਨਿੱਜੀ ਅਹਿਸਾਸ ਹੁੰਦਾ ਕਿਉਂਕਿ ਉਦੋਂ ਬੰਦਾ ਕਹਿੰਦਾ ਦੂਰ ਕਰਨ ਜਾਣਾ, ਹਾਲੇ ਤਾਂ ਮੇਰੇ ਕੋਲ ਮੇਰਾ ਹੀ ਬਥੇਰਾ ਕੁਛ ਪਿਆ। ਸੋ ਕੈਕਟਸ ਦੇ ਜਿਹੜੇ ਫੁੱਲ ਸੀ ਉਹਦੇ ਵਿੱਚ ਕੀ ਜਿਹੜੇ ਪਾਤਰ ਸੀ ਤੁਹਾਡੇ, ਤੇ ਉਹ ਸਾਰਾ ਕਿੱਥੋਂ ਆਇਆ ਵਿਚਾਰ? ਇਹ ਹੁਣ ਤਾਂ ਮੈਨੂੰ ਸੋਚਣਾ ਪਏਗਾ ਕਿਉਂਕਿ ਇੰਨੀ ਦੇਰ ਹੋ ਗਈ ਹੈ। ਅਤੇ ਲੇਕਿਨ ਹਾਂ, ਜਿਹੜੇ ਕੁਛ ਮੇਰੇ ਆਲੇ ਦੁਆਲੇ ਵਾਪਰਦਾ ਹੈ, ਮੈਂ ਦੇਖਦੀ ਹਾਂ, ਮਹਿਸੂਸ ਕਰਦੀ ਹਾਂ। ਕਹਾਣੀਆਂ ਮੇਰੀਆਂ ਸਾਰੀਆਂ ਹੀ ਉਹਦੇ ਬਾਰੇ ਨੇ। ਪਹਿਲੀ ਕਿਤਾਬ ਦੀ ਵੀ, ਅਖੀਰਲੀ ਕਿਤਾਬ ਦੀ ਵੀ। ਅਖੀਰਲੀ ਨਹੀਂ ਜਾਂਦੀ, ਪਿਛਲੀ ਕਿਤਾਬ ਜੀ ਹਾਲੇ ਦਾ ਸਿਲਸਿਲਾ ਚੱਲ ਰਿਹਾ, ਹਾਲੇ ਲਿਖਣੀ ਹੈ। ਹੁਣ ਤੱਕ ਤੁਸੀਂ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ? ਮੇਰੇ ਖਿਆਲ ਕੁੱਲ ਰਲਾ ਕੇ 7 ਹੋਣਗੀਆਂ। ਅਤੇ 8ਵੀਂ ਮੈਂ ਲਿਖ ਰਹੀ ਹਾਂ। ਇਸ ਤੋਂ ਬਾਅਦ ਦੀ ਜਿਹੜੀ ਕਿਤਾਬ ਹੈਗੀ ਆ, ਉਹਦਾ ਵੀ ਮੇਰਾ ਦਿਮਾਗ ਦੇ ਵਿੱਚ ਆਈਡੀਆ ਹੈ। ਸੋ ਹੁਣ ਥੋੜ੍ਹੀ ਜਿਹੀ ਤਬੀਅਤ ਠੀਕ ਨਾ ਹੋਣ ਕਰਕੇ ਨਾ ਥੋੜ੍ਹੀ ਮੈਂ ਲੇਟ ਹੋ ਰਹੀ ਹਾਂ। ਲੇਕਿਨ ਮੈਂ ਬਸ ਬੈਠ ਜਾਣਾ 12-12 ਘੰਟੇ ਲਿਖਣ ਨੂੰ। ਲਿਖਣ ਤਾਂ ਤੁਸੀਂ ਬੈਠਦੇ ਜਦੋਂ 12-12 ਘੰਟੇ,
ਪਰ ਉਹਦੇ ਲਈ ਤੁਹਾਨੂੰ ਪਾਤਰ ਚਾਹੀਦੇ ਹੁੰਦੇ ਆ, ਉਹਦੇ ਲਈ ਤੁਹਾਨੂੰ ਬਹੁਤ ਸਾਰੇ ਵਿਚਾਰ ਚਾਹੀਦੇ ਹੁੰਦੇ ਜਿਹਨਾਂ ਨੂੰ ਤੁਸੀਂ ਪੰਨਿਆਂ ਤੇ ਲਿਖਣਾ ਹੁੰਦਾ। ਸੋ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਪਾਤਰਾਂ ਦੀ ਚੋਣ ਤੁਸੀਂ ਕਿਵੇਂ ਕਰਦੇ ਹੋ, ਕਿਉਂਕਿ ਅਸੀਂ ਜਿੰਨੇ ਵੀ ਲੇਖਕ ਦੇਖਦੇ ਹਾਂ ਉਹਨਾਂ ਦੇ ਬਿਲਕੁਲ ਉਲਟ ਪਾਤਰ ਹੁੰਦੇ ਆ, ਕੋਈ ਬਹੁਤ ਜ਼ਿਆਦਾ ਅਗਰੈਸਿਵ ਹੁੰਦੇ ਆ ਜਾਂ ਤਰ੍ਹਾਂ ਤਰ੍ਹਾਂ ਦੇ, ਕਿਸੇ ਦੇ ਕਾਲਪਨਿਕ ਹੁੰਦੇ ਆ। ਤੁਸੀਂ ਆਪਣੀ ਕਹਾਣੀ ਦੇ ਪਾਤਰਾਂ ਦੀ ਚੋਣ ਕਿਵੇਂ ਕਰਦੇ ਹੋ? ਮੈਂ ਤਾਂ ਜੀ ਕਹਾਣੀ ਦੇ ਪਾਤਰ ਮੇਰੇ ਜਿਉਂਦੇ ਜਾਗਦੇ ਲੋਕ ਨੇ। ਮੈਂ ਸੱਚੀ ਗੱਲ ਹੈ, ਮੈਂ ਕਾਫੀ ਪੀਣ ਚਲੀ ਜਾਂਦੀ ਹਾਂ ਇੱਥੇ, ਤੇ ਕਾਫੀ ਪੀਣੇ ਤੇ ਉੱਥੇ ਲੋਕਾਂ ਨੂੰ ਦੇਖਦੀ ਹਾਂ, ਉਹਨਾਂ ਦੀਆਂ ਕਹਾਣੀਆਂ ਸਮਝ ਆ ਜਾਂਦੀਆਂ ਨੇ, ਆਪਸ ਵਿੱਚ ਗੱਲਾਂ ਕਰਦੇ ਨੇ। ਜਾਂ ਮੈਂ ਜਦੋਂ ਬਿਲਡਿੰਗ ਵਿੱਚ ਰਹਿੰਦੀ ਸੀ ਤੇ ਉਦੋਂ ਆਉਂਦੇ ਜਾਂਦੇ ਲੋਕ, ਉਹਨਾਂ ਦੀ ਕਹਾਣੀ ਪਤਾ ਨਹੀਂ ਲੱਗਦਾ ਰਹਿੰਦਾ ਸੀ ਕਿਹਦੇ ਘਰ ਕੀ ਹੋ ਰਿਹਾ ਕੀ ਹੋ ਰਿਹਾ, ਤੇ ਉੱਥੋਂ ਮੇਰੀਆਂ ਕਹਾਣੀਆਂ ਜਨਮ ਲੈਂਦੀਆਂ ਜਾਂਦੀ। ਮੈਂ ਕੋਈ ਬਣੀ ਬਣਾਈ ਨਹੀਂ, ਮਨਸੂਈ ਆਰਟੀਫਿਸ਼ੀਅਲ ਨਹੀਂ ਨੇ, ਸੱਚੇ ਪਾਤਰ ਨੇ, ਸੱਚੇ ਲੋਕ ਨੇ। ਲੇਕਿਨ ਮੈਂ ਇੱਕ ਘਟਨਾ ਉਹਨਾਂ ਦੀ ਲੈ ਕੇ, ਉਹਨਾਂ ਦੀ ਜ਼ਿੰਦਗੀ ਦੀ, ਉਹਦੇ ਆਲੇ ਦੁਆਲੇ ਫਿਰ ਮੇਰਾ ਸਾਰਾ ਕੰਮ ਹੈਗਾ। ਇਹ ਨਹੀਂ ਹੈ ਕਿ ਜੋ ਮੈਂ ਦੇਖਿਆ ਮੈਂ ਉਹੀ ਲਿਖਤਾ, ਨਹੀਂ, ਉਹ ਤਾਂ ਮੇਨ ਆਈਡੀਆ ਉਹ ਹੋ ਜਾਂਦਾ ਹੈ, ਬਾਕੀ ਦੀ ਕਹਾਣੀ ਤਾਂ ਮੇਰੀ ਹੁੰਦੀ ਹੈ। ਇਹਦਾ ਮਤਲਬ ਇਹ ਹੈ ਕਿ ਬੇਸ਼ੱਕ ਤੁਸੀਂ, ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਸਫ਼ਰਨਾਮਾ ਲਿਖ ਰਹੇ ਹੋ, ਪਰ ਤੁਹਾਡੀਆਂ ਕਹਾਣੀਆਂ ਵੀ ਕਿਤੇ ਨਾ ਕਿਤੇ ਤੁਹਾਡਾ ਸਫ਼ਰ ਬਿਆਨ ਕਰਦੀਆਂ। ਉਹ ਤਾਂ ਮੇਰੇ ਖਿਆਲ ਨੈਚੁਰਲ ਹੈ, ਕੁਛ ਨਾ ਕੁਛ ਤੇ ਆਉਂਦਾ ਹੀ ਹੋਏਗਾ ਜ਼ਰੂਰ। ਕਿਉਂਕਿ ਜਿਵੇਂ ਤੁਹਾਡੀ ਮੇਨ ਕਹਾਣੀ ਹੈ, ਉਹਦੇ ਵਿੱਚ ਤੁਸੀਂ ਇੱਕ ਆਪਣੇ ਟ੍ਰੇਨ ਦੇ ਸਫ਼ਰ ਬਾਰੇ ਗੱਲ ਕੀਤੀ, ਪਰ ਉਹਦੇ ਵਿੱਚ ਜਿਹੜੀ ਉਹ ਤੁਸੀਂ ਬਜ਼ੁਰਗ ਦੀ ਗੱਲ ਕੀਤੀ, ਉਹ ਬਿਮਾਰ ਸੀ, ਕੰਬਲ ਲੈ ਕੇ ਪਿਆ ਸੀ, ਉਸ ਚੀਜ਼ ਨੇ ਤੁਹਾਨੂੰ ਕਿਉਂ ਪ੍ਰੇਰਿਤ ਕੀਤਾ ਕਿ ਤੁਸੀਂ ਉਹਨੂੰ ਅਹਿਮ ਪਾਤਰ ਵਜੋਂ ਆਪਣੀ ਕਹਾਣੀ 'ਚ ਲਓ? ਨਹੀਂ, ਇਹਦੇ ਵਿੱਚ ਕੀ ਹੋ ਜਾਂਦੀ, ਸਾਰਾ ਕੁਛ ਅਸਲੀਅਤ ਨਹੀਂ ਸੀ। ਉੱਥੇ ਬਾਬਾ ਜੀ ਸੀ, ਉਹ ਬਿਮਾਰ ਸੀ ਤੇ ਉਹਨੂੰ ਸੀਟ ਵਗੈਰਾ ਨਹੀਂ ਸੀ ਦਿੰਦੇ, ਤੇ ਉਹਦੇ ਦੁਆਲੇ ਫਿਰ ਉਹ ਕਹਾਣੀ ਬਣਾਈ ਮੈਂ। ਹਾਂਜੀ, ਜਿਵੇਂ ਮੈਂ ਕਿਹਾ ਨਾ ਵੀ ਮੇਰੀਆਂ ਜਿੰਨੀਆਂ ਵੀ ਕਹਾਣੀਆਂ ਨੇ, ਹਰ ਇੱਕ ਦੇ ਵਿੱਚ ਸ਼ੁਰੂਆਤ ਵਿੱਚ ਜਦ ਦੀ ਸੱਚਾਈ ਹੈ, ਜੋ ਮੇਰੇ ਆਲੇ ਦੁਆਲੇ ਵਾਪਰਦਾ, ਉੱਥੋਂ ਲੈ ਕੇ ਬਾਕੀ ਕਹਾਣੀ ਮੈਂ ਬਣਾਉਣੀ ਆ। ਹਾਂਜੀ, ਜਿਹੜੀ ਤੁਹਾਡੀ ਕਿਤਾਬ ਅਣਜਾਣੀਆਂ ਧਰਤੀਆਂ, ਤੁਸੀਂ ਉਹਦੇ ਵਿੱਚ ਵੱਖ-ਵੱਖ ਧਰਤੀਆਂ ਦੀ ਗੱਲ ਕੀਤੀ ਆ, ਮਾਸਕੋ ਦੀ ਵੀ ਗੱਲ ਕੀਤੀ ਆ, ਸਾਈਬੇਰੀਆ ਦੀ, ਤੇ ਉਹਦੇ ਵਿੱਚ ਸਾਨੂੰ ਕੁਝ ਦੱਸੋਗੇ ਉਹ 'ਚੋਂ ਪੁਆਇੰਟ ਕਿ ਤੁਹਾਡੇ ਸਭ ਤੋਂ ਦਿਲ ਦੇ ਨੇੜੇ? ਕਿਉਂਕਿ ਤੁਸੀਂ ਉਸ ਮੈਗਜ਼ੀਨ ਦਾ ਵੀ ਕੰਮ ਕੀਤਾ ਜਿਹੜਾ ਰੂਸ ਦੀ ਧਰਤੀ ਤੋਂ ਆਉਂਦਾ ਸੀਗਾ, ਸੋ ਉਹਦੇ ਵਿੱਚ ਤੁਸੀਂ ਰੂਸ ਗਏ ਵੀ ਹੋ, ਮੇਰੇ ਖਿਆਲ ਨਾਲ ਇੱਕ ਤੋਂ ਵੱਧ ਵਾਰ ਗਏ ਜੀ, ਤੇ ਉਹਦੇ ਵਿੱਚ ਤੁਹਾਨੂੰ ਸਭ ਤੋਂ ਅਹਿਮ ਚੀਜ਼ਾਂ ਉੱਥੇ ਕਿਹੜੀਆਂ ਲੱਗੀਆਂ ਉਹਨਾਂ ਕਹਾਣੀਆਂ 'ਚ? ਮੈਨੂੰ ਤਾਂ ਵੈਸੇ ਨਾ ਸਫ਼ਰ ਕਰਦੇ ਤੇ ਮੈਨੂੰ ਸਾਰਾ ਸਫ਼ਰ ਵੀ ਪਸੰਦ ਆਉਂਦਾ, ਲੋਕ ਵੀ ਪਸੰਦ ਆਉਂਦੇ ਆ, ਗੱਲਾਂ ਵੀ ਆਉਂਦੀਆਂ ਨੇ। ਲੇਕਿਨ ਰੂਸ ਦੀ ਜਿਹੜੀ ਹੈ ਨਾ, ਜੇ ਮੈਨੂੰ ਮੁੜ ਕੇ ਮੌਕਾ ਮਿਲੇ ਤਾਂ ਮੈਂ ਸੇਂਟ ਪੀਟਰਸਬਰਗ ਜਾਊਂ, ਕਿਉਂਕਿ ਉੱਥੋਂ ਦਾ ਜਿਹੜਾ ਹਰਮਿਤਾਜ ਮਿਊਜ਼ੀਅਮ ਹੈ ਉਹ ਦੇਖਣ ਵਾਲਾ ਹੈ। ਔਰ ਉੱਥੇ ਕਿਉਂਕਿ ਮੈਨੂੰ ਪੇਂਟਿੰਗ ਦਾ ਵੀ ਸ਼ੌਕ ਹੈ, ਮੈਂ ਇਹਨਾਂ ਵੈਨ ਗੋ ਤੇ ਪਿਕਾਸੋ ਇਹਨਾਂ ਦੇ ਬਾਰੇ ਪੜ੍ਹਿਆ ਹੈਗਾ, ਤੇ ਇਹਨਾਂ ਦੇ ਜਦੋਂ ਮੈਂ ਉੱਥੇ ਪੇਂਟਿੰਗਸ ਲੱਗੀਆਂ ਦੇਖੀਆਂ, ਮੈਂ ਉਹਦੇ ਸਾਹਮਣੇ ਖੜੀ ਹੋ ਕੇ ਧਿਆਨ ਨਾਲ ਦੇਖ ਕੇ ਇਹ ਉਹ ਕਹਿ ਰਹੀ ਹਾਂ ਕਿ ਹਾਂਜੀ, ਆਹ ਪੇਂਟਿੰਗ ਮੈਂ ਦੇਖ ਲਈ, ਆਪਣੇ ਆਪ ਨੂੰ ਤਸੱਲੀ ਦੇਣ ਵਾਸਤੇ, ਤੇ ਉਹ ਮੈਨੂੰ ਪਸੰਦ ਆਇਆ। ਲੇਕਿਨ ਮੈਨੂੰ ਆਪਣੇ ਰੇਲਵੇ ਟ੍ਰੇਨ ਦਾ ਸਫ਼ਰ ਵੀ ਬੜਾ ਸੋਹਣਾ ਸੀ, ਔਰ ਉੱਥੇ ਪਹਿਲੀ ਵਾਰੀ ਮੰਗੋਲੀਅਨਸ ਮਿਲੇ, ਤੇ ਮੰਗੋਲੀਅਨ, ਹਾਂਜੀ ਠੀਕ ਹੈ, ਮੰਗੋਲੀਅਨ ਹੁੰਦੇ ਨੇ, ਚੰਗੇਜ਼ ਖਾਨ ਵੀ ਮੰਗੋਲੀਅਨ, ਤੇ ਉਹ ਸਾਰਾ ਮਿਲੇ। ਤੇ ਲੇਕਿਨ ਸ਼ੁਰੂ 'ਚ ਅਸੀਂ ਗੱਲਾਂ ਨਹੀਂ ਸੀ ਕਰਦੇ, ਉਹਨਾਂ ਨੇ ਅਸੀਂ ਉਹਨਾਂ ਵੱਲ ਦੇਖਣਾ, ਉਹਨਾਂ ਨੇ ਸਾਡੇ ਵੱਲ ਦੇਖੀ ਜਾਣਾ, ਵੀ ਜ਼ੁਬਾਨ ਤਾਂ ਇੱਕ ਨਹੀਂ ਹੈ, ਇਹ ਪੁੱਛੇ ਤੁਸੀਂ ਕੌਣ ਹੋ ਤੇ ਤੁਸੀਂ ਕੌਣ ਹੋ। ਤੇ ਅਖੀਰ ਵਿੱਚ ਇੱਕ ਵਾਰੀ ਮੈਂ ਆਪਣੀ ਕੋਈ ਕਿਤਾਬ ਉੱਥੇ ਛੱਡ ਆਈ ਟੇਬਲ ਤੇ ਉਹ ਮੰਗੋਲੀਅਨ ਆਇਆ ਦੇਣ ਵਾਸਤੇ, ਮੈਨੂੰ ਦੇ ਗਿਆ। ਉਸ ਤੋਂ ਬਾਅਦ ਥੋੜ੍ਹੀ ਜਿਹੀ ਦੋਸਤੀ ਸ਼ੁਰੂ ਹੋ ਗਈ, ਤੇ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਬੈਠੇ ਵੀ। ਮੈਂ ਉਹਨੂੰ ਕਿਹਾ, ਮੈਂ ਕਿਹਾ CN ਟਾਵਰ, ਲਿਬਰਟੀ ਸਟੈਚੂ, ਤੇ ਕੈਨੇਡਾ, ਤੇ ਫਲਾਨਾ ਟਿਕਾਣਾ, ਤੇ ਪਿੱਛੋਂ ਇੱਕ ਬੰਦਾ ਬੋਲਿਆ, ਕਹਿੰਦਾ ਵੇਨ ਗ੍ਰੈਟਸਕੀ। ਉਹ ਤਾਂ ਜੀ ਮੰਗੋਲੀਅਨ ਟੱਪ ਗਏ, ਨੱਚਣ ਲੱਗ ਗਏ, ਉੱਠ ਕੇ ਸਾਨੂੰ ਜੱਫੀਆਂ ਪਾਈ ਜਾਣ, ਕਿ ਤੁਸੀਂ ਦੇਖੋ ਆਪਣੀ ਹੈ ਕਿ ਉਹਨਾਂ ਨੂੰ ਵੇਨ ਗ੍ਰੈਟਸਕੀ ਦਾ ਪਤਾ ਹੈ, CN ਟਾਵਰ ਦਾ ਨਹੀਂ ਪਤਾ। ਸੋ ਇਹ ਜੇ ਫਿਰ ਲੋਕਾਂ ਨੂੰ ਮਿਲਦੇ ਆ, ਇਹਦੇ ਬਾਰੇ ਮੈਂ ਹਾਲੇ ਲਿਖਿਆ ਨਹੀਂ, ਪਰ ਲਿਖਣਾ ਚਾਹੀਦਾ ਕਿ ਉਹ ਹਰ ਇੱਕ ਕੰਟਰੀ ਦੇ ਜਿਹੜੇ ਪਾਸੇ ਵੀ ਤੁਸੀਂ ਚਲੇ ਜਾਓ, ਬੰਦੇ ਤਾਂ ਇੱਕੋ ਹੀ ਚਾਹੀਦਾ ਹੈ।
ਤੁਸੀਂ ਇੱਕ ਕਹਾਣੀ ਲਿਖੀ ਚਾਂਦੀ ਦਾ ਗੇਟ, ਤੁਹਾਡੀ ਕਿਤਾਬ ਦਾ ਨਾਮ ਵੀ ਉਹਦਾ। ਹਾਂਜੀ ਜਦੋਂ ਚਾਂਦੀ ਦਾ ਗੇਟ ਕਹਾਣੀ ਪੜ੍ਹਦੇ ਹਾਂ ਤਾਂ ਲੱਗਦਾ ਕਿ ਬਹੁਤ ਸੱਚੀਆਂ ਘਟਨਾਵਾਂ ਤੇ ਆਧਾਰਿਤ ਹੈ ਉਹ, ਕਿਉਂਕਿ ਜੋ ਉਹਦੇ ਵਿੱਚ ਤੁਸੀਂ ਦਰਸਾਇਆ ਹੋਇਆ, ਹਾਲਾਂਕਿ ਉਹ ਇੱਕ ਕਾਲਪਨਿਕ ਪਾਤਰ ਤੁਸੀਂ ਉਹ 'ਚ ਬਣਾਇਆ ਜੋ ਕਿ ਰੱਬ ਦੇ ਦਰਬਾਰ ਤੇ ਬੈਠੇ ਕਰ ਰਹੇ, ਆਪਸ 'ਚ ਗੱਲਾਂ ਕਰ ਰਹੇ ਨੇ ਕਿ ਜਿਹੜੀਆਂ ਰੂਹਾਂ ਆ ਰਹੀਆਂ ਨੇ ਧਰਤੀ ਤੋਂ ਕੀ ਕੀ ਝੱਲ ਕੇ ਆ ਰਹੀਆਂ, ਕਿਵੇਂ ਕਿਵੇਂ ਉਹਨਾਂ ਦੀ ਮੌਤ ਹੋਈ ਆ। ਪਰ ਉਹ ਸਾਰਾ ਕੰਸੈਪਟ ਕਿੱਥੋਂ ਆਇਆ ਉਸ ਕਹਾਣੀ ਦਾ? ਕਨਸੈਪਟ ਆਇਆ, ਜਿਵੇਂ ਮੈਂ ਕਹਿੰਦਾ ਵੀ ਮੈਂ ਮਨ ਘੜਤ ਕਹਾਣੀਆਂ ਨਹੀਂ ਲਿਖਦੀ, ਕੁਛ ਨਾ ਕੁਛ ਹੁੰਦਾ ਹੈ। ਜੀ ਉਹ ਸੀਗਾ ਕਿ ਜੋ ਬੱਚਿਆਂ ਦੇ ਨਾਲ ਹੋਇਆ ਉਹ ਸਹੀ ਹੈ ਕਿ ਲੜਕੀ ਨੂੰ ਮਾਰ ਦਿੱਤਾ ਗਿਆ, ਮੁੰਡੇ ਦਾ ਵੀ ਇਹੀ ਹਾਲ। ਤੇ ਉਹਨਾਂ ਦੇ ਫਿਰ ਮੈਂ ਸੋਚਿਆ ਵੀ ਇਹਨੂੰ ਮੈਂ ਕਿਵੇਂ ਕਹਾਂ, ਕਿਉਂਕਿ ਦਿਲ ਨੂੰ ਇੰਨੀਆਂ ਲੱਗਦੀਆਂ ਨੇ ਕਿ ਬੱਚਿਆਂ ਦੇ ਨਾਲ ਇਹ ਜਿਹਾ ਸਲੂਕ ਹੋ ਰਿਹਾ ਹੈ। ਫਿਰ ਮੈਂ ਇਹੀ ਸੋਚਿਆ, ਮੈਂ ਕਿਹਾ ਉਹ ਚਾਂਦੀ ਦਾ ਗੇਟ ਹੈ, ਉਸ ਗੇਟ ਤੇ ਪਰਮਾਤਮਾ ਦੇ ਦੋ ਦੇਵਤੇ ਬੈਠੇ ਆ, ਕਿਰਪੂ ਤੇ ਮੇਰੂ। ਜੀ ਤੇ ਉਹ ਜਿਹੜੀ ਵੀ ਸੋਲ ਜਾਂ ਰੂਹ ਆਉਂਦੀ ਹੈ ਉਹਨੂੰ ਫਿਰ ਉਹ ਰੱਬ ਦੇ ਕੋਲ ਲੈ ਕੇ ਜਾਂਦੇ ਨੇ, ਰੱਬ ਨੂੰ ਦੱਸਦੇ ਨੇ ਵੀ ਇਹਨੇ ਕੀ ਕੀ ਕੀਤਾ। ਜੀ ਤੇ ਉਸ ਤਰ੍ਹਾਂ ਫਿਰ ਮੈਂ ਬਣਾਇਆ ਵੀ ਨਹੀਂ, ਮੈਂ ਕਿ ਉਹਨਾਂ ਦੀਆਂ ਰੂਹਾਂ ਜਾ ਰਹੀਆਂ ਨੇ ਤੇ ਜਿਹੜਾ ਕਿਰਪੂ ਹੈ ਮੇਰੂ ਹੈ ਉਹ ਵੀ ਕਹਿੰਦੇ ਨੇ ਕਿ ਦੇਖੋ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ, ਕਿਵੇਂ ਜ਼ੁਲਮ ਹੋ ਰਿਹਾ ਹੈ। ਤੇ ਬਸ ਉਹਨਾਂ ਬੱਚਿਆਂ ਦੇ ਉੱਤੇ ਸੀ ਇਹ ਕਹਾਣੀ। ਉਸ ਕਹਾਣੀ ਵਿੱਚ ਇੱਕ ਨੋਟ ਵੀ ਆ ਬਾਈਬਲ ਦੇ ਵਿੱਚੋਂ ਦਿੱਤਾ ਕਿ ਰੱਬ ਨੇ ਬਦਚਲਣੀ ਕਰਕੇ ਕੋਈ 2 ਸ਼ਹਿਰ ਵੀ ਤਬਾਹ ਕੀਤੇ ਸਨ। ਹਾਂਜੀ, ਸੋਲੋਮਨ ਐਂਡ ਗੋਮਰਾ ਸ਼ਹਿਰਾਂ ਦੇ ਨਾਂ ਸੀ। ਤੇ ਜਦੋਂ ਉੱਥੇ ਲੋਕ ਰੱਬ ਨੂੰ ਭੁੱਲ ਗਏ ਤੇ ਆਪਣੇ ਖਾਣ ਪੀਣ ਦੇ ਵਿੱਚ ਮਸਤ ਨੇ, ਨੱਚਣ ਦੇ ਵਿੱਚ ਕੋਈ ਉਹਨਾਂ ਨੂੰ ਫਿਕਰ ਨਹੀਂ ਹੈ, ਕੋਈ ਰੱਬ ਦਾ ਨਾਂ ਨਹੀਂ ਲੈਂਦਾ। ਤੇ ਉਦੋਂ ਫਿਰ ਰੱਬ ਨੇ ਕਿਹਾ ਸੀਗਾ, ਉਹ ਫਿਰ ਹੜ੍ਹ ਆਇਆ ਸੀ ਉੱਥੇ, ਸਾਰਾ ਕੁਝ ਖਤਮ ਕਰ ਗਿਆ ਸੀ ਉਹ। ਹਾਂਜੀ, ਉਹ ਮੈਂ ਮੈਂਸ਼ਨ ਕੀਤਾ ਹੋਇਆ ਹੈ। ਮਤਲਬ ਕੋਈ ਇਸ ਲਈ ਮੈਂਸ਼ਨ ਕੀਤਾ ਹੋਇਆ ਕਿ ਕਿਰਪੂ ਤੇ ਮੇਰੂ ਜ਼ਿਕਰ ਕਰਦੇ ਨੇ ਹਾਂਜੀ ਕਿ ਸ਼ਾਇਦ ਇਹਨਾਂ ਲੋਕਾਂ ਨੂੰ ਵੀ ਇਹ ਨਾ ਝੱਲਣਾ ਪਵੇ। ਹਾਂਜੀ ਹਾਂ, ਸਹੀ ਗੱਲ। ਕਿਉਂਕਿ ਜਿਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਆਸੇ-ਪਾਸੇ, ਸ਼ਾਇਦ ਤੁਸੀਂ ਉਸ ਚੀਜ਼ ਨੂੰ ਰੂਪਮਾਨ ਕੀਤਾ। ਹਾਂਜੀ ਹਾਂਜੀ, ਬਿਲਕੁਲ ਜੀ। ਬਿਲਕੁਲ, ਕਿਉਂਕਿ ਲੋਕਾਂ ਦਾ ਐਟੀਟਿਊਡ ਕਿਵੇਂ ਬਦਲ ਰਿਹਾ ਹੈ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ, ਉਹਨਾਂ ਨੂੰ ਜਾਨ ਦੀ, ਕਿਸੇ ਦੀ ਦੋਸਤਾਂ ਦੀ ਕੋਈ ਪਰਵਾਹ ਨਹੀਂ ਸੀ, ਆਪਣੀ ਐਸ਼ ਓ ਇਸ਼ਰਤ ਦੇ ਵਿੱਚ ਲੱਗੇ ਹੋਏ ਸੀਗੇ। ਤੇ ਰੱਬ ਨੇ ਕਿਹਾ ਵੀ ਏਦਾਂ ਤਾਂ ਚੱਲੇਗਾ ਨਹੀਂ। ਅੱਛਾ, ਆਪਾਂ ਹਮੇਸ਼ਾ ਜਦੋਂ ਵੀ ਤੁਹਾਡੇ ਬਾਰੇ ਗੱਲ ਕਦੇ ਚੱਲਦੀ ਆ, ਅਸੀਂ ਤੁਹਾਡੀਆਂ ਕਿਤਾਬਾਂ ਬਾਰੇ ਜਾਂ ਤੁਹਾਡੀਆਂ ਕਹਾਣੀਆਂ ਬਾਰੇ ਸੁਣਿਆ, ਪਰ ਮੈਂ ਹੁਣ ਤੁਹਾਡੇ ਘਰ ਆ ਕੇ ਦੇਖਿਆ ਤਾਂ ਤੁਹਾਡੀਆਂ ਆਪਣੀਆਂ ਬਣਾਈਆਂ ਪੇਂਟਿੰਗਸ, ਚਿੱਤਰਕਾਰੀ ਵੀ ਆ। ਸੋ ਇਹ ਵੀ ਕਿਤੇ ਕਿਤੇ ਕਹਾਣੀਆਂ, ਮਤਲਬ ਤੁਸੀਂ ਜਿਹੜੀਆਂ ਪੇਂਟਿੰਗਸ ਬਣਾਉਂਦੇ ਹੋ, ਖਾਸ ਕਰਕੇ ਤਾਂ ਐਮਾਜ਼ੋਨ ਦੀ ਇੱਥੇ ਪੇਂਟਿੰਗ ਲੱਗੀ ਹੋਈ ਆ, ਜਾਂ ਇਜਿਪਟ ਦੀ ਹੈ ਜੀ, ਕੈਨੇਡਾ ਦੀ ਹੈ, ਉਹ ਗਲਾਪਾਗੋਸ ਆਈਲੈਂਡਸ ਹੈ। ਜੀ ਹਾਂਜੀ, ਤੇ ਉਹ ਕੈਕਟਸ ਦਾ ਬੂਟਾ ਵੀ ਹੈ ਸ਼ਾਇਦ। ਹਾਂਜੀ, ਐਰੀਜ਼ੋਨਾ। ਸੋ ਇਹ ਪੇਂਟਿੰਗਸ ਦੀ ਫਿਰ ਚੂਜ਼ ਕਰਦਾ, ਕਿਉਂਕਿ ਦੇਖਦੇ ਤੁਸੀਂ ਬਹੁਤ ਕੁਛ ਹੋ, ਪਰ ਪੇਂਟਿੰਗਸ ਤੁਸੀਂ ਵੈਲੀ ਬਣਾਉਂਦੇ ਹੋ, ਇਹਦੇ ਪਿੱਛੇ ਕੀ ਰਾਜ਼ ਹੈ ਕਿ ਇਹ ਪੇਂਟਿੰਗਸ ਕਿਵੇਂ ਚੂਜ਼ ਕਰਦੇ ਕਿ ਮੈਨੂੰ ਆਹ ਬਣਾਉਣੀ ਚਾਹੀਦੀ ਹੈ? ਨਹੀਂ, ਦੇਖੋ ਪੇਂਟਿੰਗਸ ਆ ਕਿ ਮੈਨੂੰ ਡਰਾਇੰਗ ਦਾ ਬਹੁਤ ਸ਼ੌਕ ਸੀ ਬਚਪਨ ਤੋਂ ਹੀ। ਜੀ ਕਿ ਬਚਪਨ ਤੋਂ ਇਹ ਸੀ ਕਿ ਕਲਾਸ ਦੇ ਵਿੱਚ, ਹਾਲਾਂ ਮੈਂ 10-11 ਸਾਲ ਦੀ ਹੋਈ ਜਾਂ ਕਿੰਨੀ ਵੀ, ਤੇ ਕਲਾਸ ਦੇ ਵਿੱਚ ਜੇ ਕਦੇ ਕੋਈ ਪੋਇਮ ਆਉਂਦੀ ਸੀ ਤਾਂ ਮੈਨੂੰ ਕਿਹਾ ਜਾਂਦਾ ਸੀਗਾ ਕਿ ਇਸ ਪੋਇਮ ਨੂੰ ਤੂੰ ਪੇਂਟਿੰਗ ਬਣਾ ਦੇ। ਜੀ ਤੇ ਉਹ ਫਿਰ ਮੈਂ ਉਹਨਾਂ ਦਿਨਾਂ ਜੋ ਵੀ ਕੁਝ ਆਉਂਦਾ ਸੀ ਬਣਾ ਦਿੰਦੀ ਹੁੰਦੀ ਸੀ। ਉੱਥੋਂ ਮੈਨੂੰ ਪੇਂਟਿੰਗ ਦਾ ਵੀ ਸ਼ੌਕ ਪਿਆ ਕਿ ਉਹ ਵੀ ਇੱਕ ਕਿਸਮ ਦੀ, ਜਿਵੇਂ ਤੁਸੀਂ ਕਹਾਣੀ ਲਿਖਦੇ ਹੋ, ਉਹ ਇੱਕ ਕ੍ਰੀਏਸ਼ਨ ਹੈ। ਕੋਈ ਸਕਲਪਚਰ ਬਣਾਉਂਦਾ, ਉਹ ਵੀ ਇੱਕ ਕ੍ਰੀਏਸ਼ਨ ਹੈ। ਤੇ ਪੇਂਟਿੰਗ ਵੀ ਕ੍ਰੀਏਸ਼ਨ ਹੈ। ਜੋ ਮੇਰੇ ਮਨ ਨੂੰ ਪਸੰਦ ਆਈ ਹੈ ਤਸਵੀਰ, ਉਹਦੀ ਤਸਵੀਰ ਲੈ ਕੇ ਫਿਰ ਮੈਂ, ਅੱਜ ਕੱਲ੍ਹ ਤਾਂ ਇਹ ਵੀ ਚੰਗਾ ਨਾ ਕਿ ਤਸਵੀਰ ਲੈ ਸਕਦੇ ਹਾਂ, ਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਬਾਹਰ ਜਾ ਕੇ ਬੈਠਦੇ ਸੀ, ਜੋ ਉਹਨਾਂ ਨੇ ਦੇਖਣਾ ਹੈ ਉਹ ਸਹੀ ਦੇਖਣਾ ਹੈ। ਪਰ ਤਸਵੀਰ ਲੈ ਕੇ ਇਹ ਹੈ ਕਿ ਥੋੜਾ ਪਤਾ ਲੱਗਦਾ ਕਿ ਕਿੰਨਾ ਸੂਰਜ ਹੈ, ਕਿੰਨੀ ਰੌਸ਼ਨੀ ਹੈ, ਕਿੰਨਾ। ਤੇ ਉਹਦੇ ਕਰਕੇ ਫਿਰ ਜਿਹੜੇ ਮੇਰੇ ਫੇਵਰੇਟ ਨੇ, ਹੁਣ ਜਿਵੇਂ ਉਹ ਤੁਸੀਂ ਦੇਖੀ ਹੈ ਐਮਾਜ਼ੋਨ ਦੀ, ਕਿ ਮੈਨੂੰ ਇਸ ਚੀਜ਼ ਦੀ ਵੀ ਹੈਰਾਨੀ ਹੋਈ। ਆਪਾਂ ਸਾਰਿਆਂ ਨੂੰ ਪਤਾ ਵੀ ਐਮਾਜ਼ੋਨ ਕਿੰਨੇ 20% ਜਾਂ ਪਤਾ ਨਹੀਂ ਕਿੰਨੇ % ਆਕਸੀਜਨ ਸਾਰੀ ਦੁਨੀਆ ਨੂੰ ਦਿੰਦਾ। ਤੇ ਉੱਥੇ ਸਾਨੂੰ ਬਿਜਲੀ ਨਹੀਂ ਸੀ ਦਿੰਦੇ, ਦਰਖਤਾਂ ਦੇ ਨਾਲ ਉਹ ਝੌਂਪੜੀ ਸੀ ਸਾਨੂੰ ਮਿਲੀ ਹੋਈ, ਔਰ ਉਹਦੇ ਵਿੱਚ ਮਸ਼ਾਲ ਦੀ ਤਰ੍ਹਾਂ ਰੋਸ਼ਨੀ ਸੀ, ਮਸ਼ਾਲ ਦੀ। ਤੇ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ। ਉਹਦੀਆਂ ਤਸਵੀਰਾਂ ਲੈ ਕੇ ਫਿਰ ਮੈਂ ਉਹ ਬਣਾਈ।
ਹੁਣ ਤੱਕ ਤੁਹਾਡੀਆਂ 7 ਕਿਤਾਬਾਂ ਜਿਹੜੀਆਂ ਛਪ ਚੁੱਕੀਆਂ ਨੇ, ਤੁਸੀਂ ਅੱਗੇ ਵੀ ਤੁਹਾਡਾ ਕੰਮ ਚੱਲਦਾ, ਪਰ ਹੁਣ ਤੱਕ ਜਿੰਨੇ ਕੁ ਤੁਹਾਡੇ ਨਾਲ ਜਿਹੜੇ ਪਾਠਕ ਜੁੜੇ ਨੇ ਉਹਨਾਂ ਦਾ ਤੁਹਾਡੀ ਕਹਾਣੀਆਂ ਪ੍ਰਤੀ ਕਿਹੋ ਜਿਹੀ ਫੀਡਬੈਕ ਆਉਂਦੀ ਆ, ਜਾਂ ਕੀ ਤੁਹਾਨੂੰ ਉਹਨਾਂ ਵੱਲੋਂ ਹੁੰਗਾਰਾ ਕਿਹੋ ਜਿਹਾ ਮਿਲਦਾ? ਜਿਹੜੇ ਪੜ੍ਹਦੇ ਨੇ ਲੋਕ ਮੇਰੀ ਕਹਾਣੀ ਵੀ ਤੁਹਾਡੇ ਪਾਠਕ ਜਿਹੜੇ ਮੈਂ ਨਾ ਆਪਣੀ ਆਪ ਹੀ ਮੀਆਂ ਮਿੱਠੂ ਨਹੀਂ ਬਣਨਾ ਚਾਹੁੰਦੀ। ਮੈਨੂੰ ਸਾਰਿਆਂ ਨੇ ਬਹੁਤ ਪਸੰਦ ਕੀਤੀਆਂ ਨੇ, ਬੜੇ ਪਿਆਰ ਨਾਲ ਫਿਰ ਗੱਲ ਕਰਦੇ ਨੇ, ਤੇਰੀ ਫਲਾਨੀ ਕਹਾਣੀ, ਤੇਰੀ ਉਹ ਕਹਾਣੀ। ਤੇ ਮੈਨੂੰ ਤਾਂ ਜੇ ਅੱਜ ਤੱਕ ਹਾਂ ਹੀ ਮਿਲੀ ਹੈ, ਕਿਸੇ ਨੇ ਕ੍ਰਿਟਿਸਾਈਜ਼ ਨਹੀਂ ਕੀਤਾ ਕਿ ਤੂੰ ਆ ਕੇ ਲਿਖਿਆ ਹੋ, ਕਿ ਪਤਾ ਨਹੀਂ। ਫਿਰ ਵੀ ਕੋਈ ਇਹੋ ਜਿਹੀ ਕਹਾਣੀ ਜਿਹ 'ਤੇ ਸਭ ਤੋਂ ਵੱਧ ਫੀਡਬੈਕ ਤੁਹਾਨੂੰ ਮਿਲੀ ਹੋਵੇ ਕਿਸੇ ਕਿਤਾਬ 'ਚੋਂ? ਜਿਵੇਂ ਤੁਸੀਂ ਪਿੱਛੇ ਗੱਲ ਕਰ ਰਹੇ ਸੀ ਕਿ ਸ਼ਾਇਦ ਮਾਸਕੋ ਦੀ ਕਹਾਣੀ ਬਾਰੇ ਕੁਝ, ਕੀ ਅਣਜਾਣੀਆਂ ਧਰਤੀਆਂ ਬਾਰੇ? ਹਾਂਜੀ, ਅਣਜਾਣੀਆਂ ਧਰਤੀਆਂ ਇਹ ਮੇਰਾ ਸਫ਼ਰ ਹੈਗਾ। ਇਹ ਵੀ ਮਾਸਕੋ ਜਦੋਂ ਮੈਂ ਗਈ ਹਾਂ, ਤੇ ਅਣਜਾਣੀਆਂ ਧਰਤੀਆਂ ਮੈਂ ਇਹਦਾ ਨਾਂ ਰੱਖਿਆ ਸੀ ਕਿਉਂਕਿ ਉਹ ਧਰਤੀਆਂ ਮੈਂ ਪਹਿਲਾਂ ਦੇਖਿਆ ਨਹੀਂ ਹੋਈਆਂ। ਤੇ ਉੱਥੇ ਗਈ, ਮਾਸਕੋ ਤੋਂ ਗਏ ਟ੍ਰੇਨ ਦੇ ਵਿੱਚ, ਮੰਗੋਲੀਅਨਸ ਮਿਲੇ, ਫਿਰ ਉਲਾਨ ਬਾਤੋਰ ਗਏ, ਉੱਥੋਂ ਦੇ ਏਅਰਪੋਰਟ ਦਾ ਨਾਂ ਮੰਗੋਲੀਆ ਦੀ। ਤੇ ਫਿਰ ਉੱਥੇ ਖੜੇ ਹੋ ਕੇ ਮੈਨੂੰ ਚੇਤਾ ਹੈ, ਮੈਂ ਕਿਹਾ ਵੀ ਦੇਖੋ ਚੰਗੇਜ਼ ਖਾਨ ਵੀ ਇੱਥੋਂ ਹੀ ਆਇਆ ਸੀ ਹਿੰਦੁਸਤਾਨ ਦੇ। ਤੇ ਉਸ ਤੋਂ ਬਾਅਦ ਚਾਈਨਾ, ਗ੍ਰੇਟ ਵਾਲ ਆਫ ਚਾਈਨਾ। ਤੇ ਬਸ ਉਹ ਸਫ਼ਰ ਸੀਗਾ ਜਿਹਦਾ ਮੈਂ ਲਿਖਿਆ। ਔਰ ਮੈਨੂੰ ਪੰਜਾਬ ਤੋਂ ਇੱਕ ਸੱਜਣ ਭਾਈ ਦਾ ਫੋਨ ਆਇਆ, ਮੈਨੂੰ ਕਹਿੰਦਾ ਜੀ ਮੈਂ ਤੁਹਾਡੀ ਉਹ ਕਿਤਾਬ ਅਣਜਾਣੀਆਂ ਧਰਤੀਆਂ ਪੜ੍ਹ ਕੇ ਹਟਿਆ, ਤੇ ਕਹਿੰਦਾ ਕਿ ਮੈਨੂੰ ਬਹੁਤ ਪਸੰਦ ਆਈ ਹੈ। ਮੈਨੂੰ ਇਹ ਲੱਗਿਆ ਕਿ ਮੈਂ ਤੁਹਾਡੇ ਨਾਲ ਤੁਰਿਆ ਫਿਰਦਾ, ਜੋ ਕੁਝ ਤੁਸੀਂ ਦੇਖਦੇ ਹੋ ਲਿਖਿਆ ਹੈ, ਕਿ ਮੈਂ ਵੀ ਉਹੀ ਚੀਜ਼ਾਂ ਦੇਖ ਰਿਹਾ ਹਾਂ। ਮੈਂ ਕਿਹਾ ਵੀ ਇਸ ਤੋਂ ਵੱਡੀ ਹੋਰ ਕੀ ਚੀਜ਼ ਹੋ ਸਕਦੀ ਹੈ? ਜਦ ਮੈਂ ਫਿਰ ਵੀ ਨਹੀਂ ਕਹਿੰਦੀ ਵਡਿਆਈ ਹੈ ਕਿ ਕੋਈ ਇਨਸਾਨ ਇਹ ਸੋਚੇ ਕਿ ਉਹ ਮੇਰੇ ਨਾਲ ਸਾਰਾ ਕੁਝ ਦੇਖ ਰਿਹਾ, ਕਿਉਂਕਿ ਮੇਰੀ ਆਦਤ ਹੈ ਕਿ ਜਿਹੜੀ ਥਾਂ ਤੇ ਮੈਂ ਜਾਂਦੀ ਹਾਂ ਮੈਂ ਉਹਦੇ ਬਾਰੇ ਇਨਫੋਰਮੇਸ਼ਨ ਦਿੰਦੀ ਹਾਂ, ਉੱਥੋਂ ਦਾ ਜੋ ਵੀ ਹੈ ਉਹਨੂੰ ਹੂਬਹੂ ਬਿਆਨ ਕਰ। ਹਾਂਜੀ, ਤੇ ਆਪਣਾ ਐਕਸਪੀਰੀਅੰਸ ਵੀ ਲਿਖਦੀ ਹਾਂ ਵੀ ਮੈਨੂੰ ਕੀ ਹੋਇਆ, ਕਿਸ ਤਰ੍ਹਾਂ ਹੋਇਆ। ਤੇ ਉਹਦੇ ਨਾਲ ਫਿਰ ਸ਼ਾਇਦ ਇਹੀ ਹੈ, ਮੈਂ ਤੁਸੀਂ ਵੀ ਪੜ੍ਹ ਕੇ ਦੇਖਣਾ, ਫਿਰ ਦੱਸਣਾ ਮੈਨੂੰ। ਤੁਸੀਂ ਬਹੁਤ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹੋ, ਤੇ ਉਸ ਤੋਂ ਬਾਅਦ ਪੰਜਾਬੀ ਸਾਹਿਤ ਨਾਲ ਜੁੜੇ ਰਹਿਣਾ, ਕਿ ਇੱਥੇ ਆ ਕੇ ਤੁਹਾਨੂੰ ਲੱਗਾ ਵੀ ਕਿਤੇ ਸ਼ਾਇਦ ਕਿਤੇ ਕੋਈ ਬੈਰੀਅਰ ਆਇਆ ਹੋਵੇ, ਕਿਤੇ ਕੋਈ ਤੁਹਾਨੂੰ ਮੁਸ਼ਕਲ ਆਈ ਹੋਵੇ ਪੰਜਾਬੀ ਸਾਹਿਤ ਨਾਲ ਜੁੜੇ ਰਹਿਣ ਨਾਲ? ਕਿਉਂਕਿ ਅਕਸਰ ਇਹੀ ਕਿਹਾ ਜਾਂਦਾ ਕਿ ਅਸਲੀ ਤਾਂ ਸ਼ਾਇਦ ਪੰਜਾਬ 'ਚ ਹੀ ਸਾਹਿਤ ਹੈ, ਪੰਜਾਬੀ ਸਾਹਿਤ, ਜਾਂ ਇੱਥੋਂ ਬਾਹਰ ਦਾ ਤਜਰਬਾ, ਇੱਕ ਇੱਥੇ ਰਹਿ ਕੇ ਸਾਹਿਤ ਦੀ ਰਚਨਾ ਕਰਨਾ ਤੁਹਾਨੂੰ ਇੱਕ ਕਿਸ ਤਰ੍ਹਾਂ ਦਾ ਤਜਰਬਾ ਲੱਗਿਆ? ਹਿੰਦੁਸਤਾਨ 'ਚ ਰਹਿ ਕੇ ਤੁਸੀਂ ਲਿਖਦੇ ਹੋ ਉਸ ਤਰ੍ਹਾਂ ਮੈਂ ਤਾਂ ਇੱਥੇ ਆ ਕੇ ਵੀ ਲਿਖਿਆ, ਕਿਉਂਕਿ ਜਦੋਂ ਮੈਂ ਇੱਥੇ ਆਈ ਸੀ 73 'ਚ, ਉਦੋਂ ਇੱਥੇ ਪੰਜਾਬੀ ਬਹੁਤ ਘੱਟ ਹੁੰਦੇ ਸੀ। ਮਹੀਨੇ 'ਚ ਇੱਕ ਅੱਧਾ ਪੰਜਾਬੀ ਮਿਲ ਗਿਆ, ਲੇਕਿਨ ਕਿਤਾਬਾਂ ਮੇਰੇ ਕੋਲ ਸੀ, ਸੋ ਮੈਨੂੰ ਉਹਦਾ ਕੋਈ ਨਹੀਂ ਹੋਇਆ। ਸਿਰਫ ਇਹ ਸੀ ਕਿ ਬਾਹਰ ਗੱਪਾਂ ਮਾਰਨ ਨੂੰ ਨਹੀਂ ਲੱਭਦਾ ਕੋਈ। ਤੇ ਲੇਕਿਨ ਹੌਲੀ ਹੌਲੀ ਹੋ ਗਿਆ। ਤਾਂ ਤੁਸੀਂ ਮੇਰੇ ਖਿਆਲ ਕਿਸੇ ਵੀ ਧਰਤੀ ਤੇ ਰਹੋ, ਜੋ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਲਿਖੋਗੇ। ਪਰ ਮੈਨੂੰ ਤਾਂ ਸ਼ਾਇਦ ਇਹਦਾ ਤੁਹਾਨੂੰ ਇੱਕ ਹੋਰ ਫਾਇਦਾ ਵੀ ਹੋਣਾ ਕਿ ਤੁਹਾਡੇ ਜਿਹੜੇ ਪਾਤਰ ਆ ਉਹਨਾਂ ਦੀ ਚੋਇਸ ਵੱਧ ਗਈ, ਕਿਉਂਕਿ ਵੱਖਰੇ ਵੱਖਰੇ ਕਲਚਰ ਜਾਂ ਸੱਭਿਆਚਾਰਾਂ ਦੇ ਲੋਕ ਜਾਂ ਵੱਖੋ ਵੱਖਰੇ ਲੋਕ ਜਿਹੜੇ ਤੁਹਾਨੂੰ ਮਿਲਦੇ, ਸੋ ਤੁਸੀਂ ਉਹਨਾਂ ਨੂੰ ਵੀ, ਜਿਹੜੇ ਸ਼ਾਇਦ ਪਾਤਰ ਕਿਤੇ ਆਪਣੇ ਸਾਹਿਤ ਆਪਣੇ ਲੋਕਾਂ 'ਚ ਨਹੀਂ ਪਹੁੰਚੇ, ਸ਼ਾਇਦ ਉਹ ਵੀ ਪਹੁੰਚੇ। ਹਾਂਜੀ, ਉਹ ਤਾਂ ਹੈ, ਕਿਉਂਕਿ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਆਲੇ ਦੁਆਲੇ ਸਾਰੇ ਲੋਕ ਨੇ, ਤੁਹਾਡੇ ਦੋਸਤ ਨੇ ਜਾਂ ਨਹੀਂ, ਲੇਕਿਨ ਤੁਸੀਂ ਦੇਖਦੇ ਹੋ, ਸੁਣਦੇ ਹੋ, ਮਹਿਸੂਸ ਕਰਦੇ ਹੋ, ਤੇ ਇਹ ਸਾਰਾ ਕੁਛ ਹੀ ਕਹਾਣੀਆਂ ਬਣਦੀਆਂ ਨੇ। ਤੁਸੀਂ ਕੈਨੇਡਾ ਦੀ ਧਰਤੀ ਬਾਰੇ ਵੀ ਕਹਾਣੀ ਲਿਖੀ, ਜਿਵੇਂ ਰੂਸ ਬਾਰੇ ਲਿਖੀ? ਨਹੀਂ, ਉਹ ਸੱਚੀ ਗੱਲ ਹੈ। ਮੈਂ ਕੈਨੇਡਾ ਦੇ ਬਾਰੇ ਵੀ ਜਦੋਂ ਮੈਂ ਆਈ ਹਾਂ ਤਾਂ ਮੈਂ ਬੱਸ ਲੈ ਕੇ ਸਾਰੇ ਕੈਨੇਡਾ ਦਾ ਚੱਕਰ ਲਾਇਆ ਹੋਇਆ ਹੈ। ਟੋਰਾਂਟੋ ਤੋਂ ਫਿਰ ਵਿਕਟੋਰੀਆ, ਫਿਰ ਉੱਪਰ ਯੂਕਨ, ਵਾਈਟ ਹਾਰਸ ਮੈਂ ਵੀ ਉਹਨਾਂ ਦੇ ਦਫ਼ਤਰ ਚਲੀ ਗਈ ਅਖਬਾਰ ਦੇ, ਤੇ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿ ਵੀ ਮੈਂ ਆ ਕਰਦੀ ਸੀਗੀ। ਤੇ ਉਹ ਅਖਬਾਰ ਵਾਲੇ ਮੈਨੂੰ ਕਹਿੰਦੇ ਤੂੰ ਸ਼ਾਮ ਤੋਂ ਕੰਮ ਸ਼ੁਰੂ ਕਰ ਲੈ। ਮੈਨੂੰ ਉੱਥੇ ਨੌਕਰੀ ਮਿਲ ਗਈ, ਪਰ ਮੈਂ ਕਿਹਾ ਵੀ ਨਹੀਂ, ਮੈਂ ਤਾਂ ਇੱਥੇ ਐਵੇਂ ਘੁੰਮਣ ਫਿਰਨ ਆਈ ਹੋਈ ਆ। ਮੈਨੂੰ ਇਹ ਸੀਗਾ ਕਿ ਮੈਂ ਆਪਣੀ ਹਿੰਦੁਸਤਾਨ ਦੀ ਧਰਤੀ, ਆਪਣੀ ਧਰਤੀ ਛੱਡਣ ਤੋਂ ਪਹਿਲਾਂ ਇਸ ਧਰਤੀ ਨੂੰ ਦੇਖ ਲਵਾਂ, ਤਾਂ ਕਿ ਕੱਲ ਨੂੰ ਮੈਨੂੰ ਕਹਿਣਾ ਪਊਗਾ ਕਿ ਜੀ ਮੈਂ ਕੈਨੇਡਾ ਰਹਿੰਦੀ ਹਾਂ, ਹੁਣ ਮੇਰੀ ਉਹ ਧਰਤੀ ਹੈਗੀ, ਪਰ ਦੇਖ ਤਾਂ ਲਵਾਂ ਕਿ ਹਾਂ ਮੇਰਾ ਦਿਲ ਵੀ ਲੱਗੇਗਾ ਕਿ ਨਹੀਂ ਲੱਗੇਗਾ। ਮਤਲਬ ਇੱਥੇ ਦੀ ਪੱਕੇ ਰਹਿਣ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਕੈਨੇਡਾ ਘੁੰਮ ਕੇ ਦੇਖਿਆ? ਹਾਂਜੀ,
ਸਾਰਾ ਘੁੰਮ ਕੇ ਦੇਖਿਆ, ਲੋਕਾਂ ਨੂੰ ਮਿਲੀ, ਸਾਰਾ ਠੀਕ ਹੈ। ਤੇ ਉਦੋਂ ਫਿਰ ਮੈਂ ਜਾਂਦੀ ਇੱਥੋਂ ਦੀ ਸਿਟੀਜ਼ਨਸ਼ਿਪ ਲਈ ਹੈ। ਜੀ ਪੂਰਾ ਕੈਨੇਡਾ ਵੈਸੇ ਜੇ ਤੁਸੀਂ ਦੇਖੀਏ ਖੇਤਰਫਲ ਤੌਰ ਤੇ ਤਾਂ ਕਾਫੀ ਵੱਡਾ ਹੈ। ਤੁਹਾਨੂੰ ਜੇ ਤੁਸੀਂ ਕਿਹਾ ਬੱਸ 'ਚ ਘੁੰਮੇ ਤਾਂ ਤੁਹਾਨੂੰ ਕਾਫੀ ਲੰਬਾ ਟਾਈਮ ਲੱਗ ਗਿਆ ਹੋਣਾ ਘੁੰਮਦਿਆਂ ਨੂੰ। 1 ਮਹੀਨਾ। ਜੀ 1 ਮਹੀਨਾ ਕਿਉਂਕਿ ਮੇਰਾ ਇਹ ਸੀਗਾ ਕਿ ਬੱਸ 'ਚ ਬੈਠੀਆਂ ਜਾ ਰਹੇ ਹਾਂ, ਪਾਸ ਮੈਂ ਲਿਆ ਹੋਇਆ ਸੀ, ਤੇ ਜਿਹੜੇ ਵੀ ਥਾਂ ਪਿੰਡ ਹੋਵੇ ਸ਼ਹਿਰ ਹੋਵੇ ਜਿਹੜੇ ਵੀ ਮੈਨੂੰ ਪਸੰਦ ਆਵੇ ਕਿ ਹਾਂ ਇਹ ਕੁਛ ਅੱਛਾ ਹੈਗਾ, ਤੇ ਉੱਥੇ ਮੈਂ ਉਤਰ ਜਾਂਦੀ ਸੀ। ਤੇ 2 ਦਿਨ ਉੱਥੇ ਰਹਿ ਕੇ 1 ਦਿਨ ਰਹਿ ਕੇ, ਡਿਪੈਂਡ ਕਰਦਾ, ਉਹ ਸਾਰਾ ਦੇਖ ਕੇ ਤੇ ਉੱਥੋਂ ਫਿਰ ਮੈਂ ਅਗਲੀ ਬੱਸ ਲੈ ਲੈਂਦੀ ਸੀ 2 ਦਿਨਾਂ ਬਾਅਦ ਜਾਂ 1 ਦਿਨ ਬਾਅਦ। ਤੇ ਪਾਸ ਹੋਣ ਕਰਕੇ ਮੈਨੂੰ ਘੜੀ ਘੜੀ ਟਿਕਟ ਨਹੀਂ ਸੀ ਲੈਣੇ ਪੈਂਦੇ। ਸੋ ਉਸ ਹਿਸਾਬ ਨਾਲ ਮੈਂ ਸਾਰਾ ਚੱਕਰ ਲਾਇਆ। ਤੇ ਇੱਕ ਵਾਰੀ ਮੈਂ ਸਿਰਫ ਬ੍ਰਿਟਿਸ਼ ਕੋਲੰਬੀਆ ਦਾ ਟ੍ਰੇਨ ਤੇ ਵੀ ਸਫ਼ਰ ਕੀਤਾ। ਤੇ ਟ੍ਰੇਨ ਤੇ ਵਾਪਸ ਮੈਂ ਇੱਥੇ ਟੋਰਾਂਟੋ ਵੀ ਆਈ। ਤੇ ਰਸਤੇ ਦੇ ਵਿੱਚ ਮੈਨੂੰ ਇੱਕ ਆਪਣਾ ਇੱਥੋਂ ਦਾ ਨੇਟਿਵ ਬੰਦਾ, ਉਹਦਾ ਪੋਤਾ ਨਾਲ, ਛੋਟਾ, ਮੇਰੇ ਖਿਆਲ 7-8 ਸਾਲ ਦੀ ਉਮਰ ਹੋਣੀ ਹੈ ਉਹਦੀ। ਤੇ ਉਹ ਦੋਨੋਂ ਜਣੇ ਆ ਰਹੇ ਸੀ ਤੇ ਉਹ ਆਪਣੇ ਦਾਦੇ ਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਅੰਗਰੇਜ਼ੀ ਵਿੱਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਕਿ ਤੂੰ ਮੈਨੂੰ ਇਸ ਟ੍ਰੇਨ ਤੇ ਲੈ ਕੇ ਆਇਆ। ਸੋ ਬੱਚਾ ਇੰਨਾ ਖੁਸ਼ ਸੀ ਕਿ ਦੇਖੋ ਹਰ ਇੱਕ ਬੱਚੇ ਦੀ ਜਾਂਦੇ, ਅਸੀਂ ਸਾਰੇ ਇਨਸਾਨ ਇੱਕੋ ਜਿਹੇ ਹੀ ਹਾਂ, ਚਾਹੇ ਜਿੱਥੋਂ ਦੇ ਵੀ ਹੋਈਏ। ਹਾਂਜੀ ਫਿਰ ਤਾਂ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸੋਹਣੀਆਂ ਥਾਵਾਂ ਨੇ, ਮੰਨਿਆ ਜਾਂਦਾ ਕਿ ਖਾਸ ਕਰਕੇ ਉਹਨੂੰ BC ਨੂੰ ਤਾਂ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਕਿਹਾ ਜਾਂਦਾ। ਕੈਨੇਡਾ ਦੀਆਂ ਤੁਸੀਂ ਲਿਸਟ ਬਣਾਈ ਕੋਈ, ਜਿਵੇਂ ਤੁਸੀਂ, ਮੈਂ ਦੇਖਿਆ ਤਸਵੀਰਾਂ ਲੱਗੀਆਂ ਦੁਨੀਆ ਦੀਆਂ ਕੁਝ ਚੁਣਵੀਆਂ ਥਾਵਾਂ ਦੀਆਂ ਜਿਹੜੀਆਂ ਬਹੁਤ ਖੂਬਸੂਰਤ ਥਾਵਾਂ ਤੁਸੀਂ ਘੁੰਮੇ ਆ, ਕਿ ਕੈਨੇਡਾ 'ਚ ਇਹੋ ਜਿਹੀਆਂ ਕਿਹੜੀਆਂ ਖੂਬਸੂਰਤ ਥਾਵਾਂ ਤੁਹਾਨੂੰ ਲੱਗੀਆਂ? ਮੈਨੂੰ ਸੱਚੀ ਗੱਲ ਹੈ, BC ਦੀ ਨਾ ਕਿਟੀ ਮੈਟ ਹੈ ਥਾਂ ਉੱਪਰ, ਉੱਥੇ ਕਾਫੀ ਨੇਟਿਵਸ ਰਹਿੰਦੇ, ਮੈਨੂੰ ਉਹ ਬਹੁਤ ਪਸੰਦ ਆਈ ਹੈ। ਨਹੀਂ, ਪਸੰਦ ਤਾਂ ਮੈਨੂੰ ਸਾਰਾ ਹੀ ਹੈ, ਸਾਰਾ ਕੈਨੇਡਾ ਪਸੰਦ ਹੈ, ਲੇਕਿਨ ਅਗਰ ਬਹੁਤਾ ਟਾਈਮ ਹੋਏ ਤਾਂ ਉੱਥੇ ਵੀ ਬਿਤਾਉਣਾ ਮੈਨੂੰ ਚੰਗਾ ਲੱਗਦਾ ਹੈ। ਉੱਥੇ ਮੈਂ ਇਹਨਾਂ ਦੇ ਰਿਜ਼ਰਵ ਤੇ ਜਾਂਦੀ ਰਹੀ ਹਾਂ, ਤੇ ਉੱਥੋਂ ਦੇ ਖੈਰ ਸਾਰੀ ਧਰਤੀ ਸੋਹਣੀ ਹੈਗੀ ਹੈ। ਇੱਕ ਖਾਸ ਕਰ ਆਪਣੇ ਪ੍ਰਵਾਸ ਤਾਂ ਬਹੁਤ ਕੀਤਾ ਪੰਜਾਬੀਆਂ ਨੇ, ਪਰ ਅਕਸਰ ਆਪਣੇ ਕਈ ਪੰਜਾਬੀ ਇਹੋ ਜਿਹੇ ਆ ਕਿ ਵਿਚਾਰੇ ਕੰਮਾਂ ਕਾਰਾਂ ਦੇ ਗੇੜ 'ਚ ਐਸਾ ਫਸਦੇ ਆ, ਉਹਨਾਂ ਦੀ ਇੱਛਾ ਹੀ ਨਹੀਂ, ਉਹਨਾਂ ਦੀ ਸ਼ਾਇਦ ਸਾਰੀ ਉਮਰ ਇੱਕ ਸ਼ਹਿਰ 'ਚ ਲੰਘ ਜਾਂਦੀ ਹੈ। ਹਾਂਜੀ, ਨਹੀਂ ਇਹ ਤਾਂ ਮੈਂ ਕਿਹਾ ਤੁਸੀਂ ਕਿਸੇ ਪਾਸੇ ਵੀ ਲੈ ਲਓ ਕਿ ਸਪੈਸ਼ਲੀ ਕੈਨੇਡਾ ਆ ਕੇ ਇਹ ਹੋ ਜਾਂਦਾ ਨਾ ਕਿ ਅਗਲੇ ਨੇ ਕਮਾਉਣਾ ਹੈ, ਕਮਾਉਣਗੇ, ਨੌਕਰੀ ਕਰਨਗੇ ਤੇ ਖਾਣਗੇ। ਸੋ ਨੈਚੁਰਲੀ ਉਹਨਾਂ ਦਾ ਧਿਆਨ ਡਾਲਰ ਕਮਾਉਣ ਵਿੱਚ ਹੁੰਦਾ ਹੈ। ਸੋ ਜਿਹਦੇ ਵਾਸਤੇ ਤੁਸੀਂ ਉਹਨਾਂ ਨੂੰ ਬਲੇਮ ਵੀ ਨਹੀਂ ਕਰ ਸਕਦੇ। ਤੇ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਸੈੱਟ ਹੋ ਜਾਣ, ਫਿਰ ਉਹ ਕੀ ਕਰਦੇ ਨੇ ਅੱਗੇ, ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ। ਜੀ ਹੁਣ ਮੈਂ ਸਾਰਾ ਕੁਝ ਦੇਖ ਰਿਹਾ ਸੀ, ਤੁਸੀਂ ਲਿਖਿਆ ਵੀ, ਤੁਸੀਂ ਇੱਥੇ ਆ ਕੇ ਤੁਹਾਡੇ ਨਾਲ 2 ਬੱਚੇ ਸੀਗੇ, ਤੁਸੀਂ ਉਹਨਾਂ ਨੂੰ ਪਾਲਿਆ ਵੀ, ਕੰਮ ਵੀ ਕੀਤਾ, ਫਿਰ ਤੁਸੀਂ ਇੰਨਾ ਘੁੰਮੇ ਵੀ ਹੋ, ਪਰ ਇਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਿਵੇਂ ਕੀਤਾ ਫਿਰ? ਕਿਉਂਕਿ ਲਿਖਣਾ ਵੀ ਨਾਲ ਕੰਮ ਵੀ ਕਰਨਾ, ਨਾਲ ਫਿਰ ਉਸ ਤੋਂ ਵੱਡੀ ਗੱਲ ਹੈ ਕਿ ਸਾਰੀ ਦੁਨੀਆ ਨੂੰ ਘੁੰਮਣਾ, ਇਹ ਚੀਜ਼ਾਂ ਮੈਨੇਜ ਕਿਵੇਂ ਹੋਈਆਂ? ਮੇਰਾ ਖਿਆਲ ਹੈ ਅਗਰ ਤੁਸੀਂ ਨਾ ਕੋਈ ਕੰਮ ਕਰਨਾ ਚਾਹੋ ਤਾਂ ਤੁਸੀਂ ਕੋਈ ਨਾ ਕੋਈ ਰਸਤਾ ਲੱਭ ਲਓਗੇ। ਤੇ ਮੈਨੂੰ ਵੀ ਇਹਨਾਂ ਚੀਜ਼ਾਂ ਦਾ ਜੇ ਸ਼ੌਕ ਹੈ, ਮੈਂ ਵੀ ਜਿੰਨੇ ਕੰਮ ਤੋਂ ਛੁੱਟੀ ਲੈਣ ਵਾਸਤੇ ਮੈਂ ਹਰ ਸਾਲ ਛੁੱਟੀ ਨਹੀਂ ਸੀ ਲੈਂਦੀ, ਜਮ੍ਹਾਂ ਕਰੀ ਜਾਂਦੀ ਸੀ। ਫਿਰ ਪੈਸੇ ਵੀ ਜਮ੍ਹਾਂ ਕਰਨੇ ਪੈਂਦੇ ਕਿਉਂਕਿ ਖਰਚਾ ਬਥੇਰਾ ਹੁੰਦਾ ਸੈਰਾਂ ਕਰਨ ਦਾ। ਤੇ ਬਸ ਬੱਚੇ ਵੀ ਪਾਲ ਲਏ, 2 ਨੌਕਰੀਆਂ ਵੀ ਕਰ ਲਈਆਂ, ਸੈਰਾਂ ਵੀ ਕਰ ਲਈਆਂ। ਇਹ ਬਹੁਤ ਵੱਡੀ ਮੇਰੀ ਕਮਾਈ ਹੈ। ਅੱਛਾ, ਆਪਾਂ ਦੁਬਾਰਾ ਸਾਹਿਤਕ ਗੱਲਾਂ ਵੱਲ ਆਉਂਦੇ ਹਾਂ। ਇੱਕ ਗੱਲ ਕਰਦੇ ਤੁਹਾਡੀ ਕਹਾਣੀਆਂ ਦੀ ਭਾਸ਼ਾ ਦੀ। ਮੈਂ ਜਿੰਨੀਆਂ ਕੁ ਕਹਾਣੀਆਂ ਮੇਰੇ ਤੋਂ ਸਾਰੀਆਂ ਨਹੀਂ ਪੜ੍ਹ ਹੋਈਆਂ, ਜਿੰਨੀ ਕੁ ਮੈਂ ਕੋਸ਼ਿਸ਼ ਕੀਤੀ, ਉਹ 'ਚ ਮੈਂ ਦੇਖਿਆ ਕਿ ਬਹੁਤ ਸਰਲ ਲੈਂਗੁਏਜ ਵਿੱਚ, ਬਹੁਤ ਸਰਲ ਭਾਸ਼ਾ ਵਿੱਚ, ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਤੁਸੀਂ ਉਹ ਚੀਜ਼ਾਂ ਦੱਸੀਆਂ। ਪਰ ਕਈ ਵਾਰ ਕਈ ਲੇਖਕਾਂ ਦਾ ਮੰਨਣਾ ਬਹੁਤ, ਹਾਲਾਂਕਿ ਮੈਂ ਵੀ ਕਈ ਵਾਰ ਉਹ ਲੇਖਕਾਂ ਨੂੰ ਪੜ੍ਹਿਆ, ਉਹ ਇੰਨੇ ਜ਼ਿਆਦਾ ਭਾਰੇ ਤੇ ਭਾਰਾ ਸ਼ਬਦ ਸੱਟਦੇ ਉਹ ਕਿ ਕਈ ਵਾਰ ਸਾਡੇ ਸਮਝ ਨਹੀਂ ਆਉਂਦਾ, ਨਹੀਂ ਕਨਫਿਊਜ਼ ਹੋ ਜਾਂਦੇ ਆ ਕਿ ਇਹ ਲਿਖਿਆ ਕੀ ਆ। ਤੁਸੀਂ ਕਿਵੇਂ ਚੋਣ ਕਰਦੇ ਹੋ ਕਿ ਭਾਸ਼ਾ ਕਿਵੇਂ ਦੀ ਰੱਖਣੀ ਚਾਹੀਦੀ ਕਹਾਣੀ ਦੀ? ਕਹਾਣੀ ਦੀ ਭਾਸ਼ਾ ਤਾਂ ਇਹੀ ਜਿਹੀ ਹੋਣੀ ਚਾਹੀਦੀ ਜਿਹੜੀ ਸਾਰਿਆਂ ਨੂੰ ਸਮਝ ਆਵੇ। ਹੁਣ ਵੱਡੇ ਵੱਡੇ ਲਫ਼ਜ਼ ਉਹਦੇ ਵਿੱਚ ਪਾ ਕੇ ਕਿ ਮੈਂ ਇਹ ਦਿਖਾਉਣਾ ਚਾਹੁੰਦੀ ਹਾਂ ਕਿ ਜੀ ਮੈਂ ਜ਼ਿਆਦਾ ਵਿਦਵਾਨ ਹਾਂ ਤੁਹਾਡੇ ਨਾਲੋਂ,
ਨਹੀਂ, ਮੇਰੀ ਤਾਂ ਭਾਸ਼ਾ ਬੜੀ ਸਿੱਧੀ ਸਾਦੀ ਸਰਲ ਹੁੰਦੀ ਹੈ ਤੇ ਨੇਚਰ ਨੂੰ ਦਿਖਾਉਣ ਵਾਸਤੇ ਜਿਵੇਂ ਵੀ ਹੈ ਉਹ ਉਸ ਹਿਸਾਬ ਦੇ ਨਾਲ ਹੁੰਦਾ ਹੈ। ਲੇਕਿਨ ਮੈਂ ਬਿਲੀਵ ਕਰਦੀ ਹਾਂ ਕਿ ਸਿੱਧੀ ਸਾਦੀ ਹੋਣੀ ਚਾਹੀਦੀ ਹੈ, ਜਿਹੜੀ ਕਿ ਹਰ ਇੱਕ ਇਨਸਾਨ ਨੂੰ ਪਤਾ ਲੱਗੇ, ਉਹ ਸਮਝ ਸਕੇ ਔਰ ਉਹਨੂੰ ਇੰਜੋਏ ਕਰ ਸਕੇ। ਜੀ, ਮੇਰੇ ਖਿਆਲ ਨਾਲ ਸ਼ਾਇਦ ਜੇ ਇਸ ਤਰ੍ਹਾਂ ਦੀ ਭਾਸ਼ਾ ਹੋਊਗੀ ਤਾਂ ਸ਼ਾਇਦ ਸਾਹਿਤ ਨਾਲ ਵੱਧ ਲੋਕ ਜੁੜਨਗੇ, ਕਿਉਂਕਿ ਜਦੋਂ ਕੋਈ ਬੰਦਾ ਪੜ੍ਹਦਾ ਉਹਨੂੰ ਸਮਝ ਨਹੀਂ ਆਉਂਦਾ, ਉਹ ਚੀਜ਼ ਪੜ੍ਹਨ ਦਾ ਰਸ ਨਹੀਂ ਆਉਂਦਾ, ਸ਼ਾਇਦ ਉਹ ਕਹਿੰਦਾ ਛੱਡ ਯਾਰ ਕੀ ਕਰਨਾ। ਹਾਂਜੀ, ਹਾਂ, ਕਿਉਂਕਿ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਜੇ ਉਹਨੂੰ ਸਮਝ ਆਏਗਾ ਉਹ ਇੰਜੋਏ ਕਰੇਗਾ ਪੜ੍ਹਨਾ, ਤੇ ਉਹ ਆਪਣੇ ਦੋਸਤਾਂ ਨੂੰ ਵੀ ਕਹੇਗਾ ਵੀ ਫਲਾਨੀ ਕਿਤਾਬ ਬੜੀ ਅੱਛੀ, ਤੁਸੀਂ ਪੜ੍ਹੋ। ਪਰ ਜੇ ਵੱਡੇ ਵੱਡੇ ਲਫ਼ਜ਼ ਹੋਣ ਕਿ ਹਰ ਵਾਰੀ ਤੁਹਾਨੂੰ ਡਿਕਸ਼ਨਰੀ ਦੇਖਣੀ ਪੈ ਰਹੀ ਹੈ, ਫਿਰ ਉਹੋ ਜਿਹੇ ਲਫ਼ਜ਼ਾਂ ਦਾ ਤਾਂ ਨਹੀਂ, ਉਹ ਕਲਾਸਾਂ ਲਈ ਠੀਕ ਨੇ ਲੇਕਿਨ ਆਮ ਜ਼ਿੰਦਗੀ ਲਈ ਨਹੀਂ। ਤੁਸੀਂ ਹੁਣ ਦੱਸ ਰਹੇ ਸੀ ਕਿ ਤੁਸੀਂ ਅਗਲੀਆਂ ਕਿਤਾਬਾਂ 'ਤੇ ਕੰਮ ਕਰ ਰਹੇ ਹੋ, ਖਾਸ ਕਰਕੇ ਸਫ਼ਰਨਾਮਾ। ਹਾਂਜੀ, ਉਹ ਉੱਦਾਂ ਦੀ ਰੂਪਰੇਖਾ ਬਾਰੇ ਥੋੜ੍ਹਾ ਜਿਹਾ ਕੁਝ ਦੱਸੋਗੇ, ਕਿਸ ਤਰ੍ਹਾਂ ਦੀ ਹੋਣਗੇ, ਉਹ 'ਚ ਤੁਸੀਂ ਕੀ ਲਿਖ ਰਹੇ ਹੋ? ਨਹੀਂ ਜੀ, ਉਹ ਜਿਹੜਾ ਸਫ਼ਰਨਾਮਾ ਹੈਗਾ ਉਹ ਮੇਰਾ ਸਾਊਥ ਅਮਰੀਕਾ ਦਾ ਹੈ। ਔਰ ਸਾਊਥ ਅਮਰੀਕਾ ਦੇ ਵਿੱਚ ਮੈਂ ਗਿਣੇ ਕਿ ਕਿਉਂਕਿ ਕਈ ਦੇਸ਼ ਨੇ, ਬ੍ਰਾਜ਼ੀਲ ਹੈ, ਅਰਜਨਟੀਨਾ, ਚਿਲੀ ਤੇ ਪਰੂ ਤੇ ਇਹ ਜੇ ਐਕਵਾਡੋਰ ਸਾਰੇ ਨੇ। ਸੋ ਇਸ ਕਰਕੇ ਮੈਨੂੰ ਦੇਰ ਲੱਗ ਰਹੀ ਹੈ ਲਿਖਣ ਦੀ, ਲੇਕਿਨ ਇਹ ਮੈਂ ਲਿਖ ਕੇ ਫਿਰ ਮੈਂ ਇੱਕ ਹੋਰ ਕਿਤਾਬ ਸੋਚੀ ਹੋਈ ਹੈ, ਉਹਦਾ ਵੀ ਮੇਰੇ ਦਿਮਾਗ ਵਿੱਚ ਹੈ, ਤੇ ਉਹ ਇਹ ਦੋਨੋਂ ਕਿਤਾਬਾਂ ਮੈਂ ਜਲਦੀ ਤੋਂ ਜਲਦੀ ਖ਼ਤਮ ਕਰਨਾ ਚਾਹੁੰਦੀ ਹਾਂ। ਜੀ, ਕੋਈ ਦਿੱਤਾ ਟਾਰਗੇਟ ਕਿ ਇਸ ਟਾਈਮ ਦੇ ਵਿੱਚ ਕਿੰਨੀ ਟਾਈਮ 'ਚ ਕਰਨੀ ਹੈ? ਜਿਵੇਂ ਮੈਂ ਕਹਿ ਰਹੀ ਸੀ ਨਾ ਵੀ ਸਾਊਥ ਅਮਰੀਕਾ ਦੀ ਮੈਨੂੰ ਚਲੋ ਟਾਈਮ ਹੋਰ ਦੇ ਦਿੰਨੀ ਆ, 2 ਮਹੀਨੇ ਲਗਾ ਲਓ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾਂਗੀ ਤਾਂ ਉਹ ਲਿਖੀ ਜਾਏਗੀ ਜੀ, ਕਿਉਂਕਿ ਬਹੁਤ ਸ਼ਹਿਰ ਨੇ, ਲੋਕ ਨੇ, ਉਹਨਾਂ ਦੇ ਬਾਰੇ। ਹਾਂਜੀ। ਅੱਛਾ, ਇੱਕ ਮੇਰੇ ਦਿਮਾਗ 'ਚ ਹੋਰ ਗੱਲ ਆ ਰਹੀ ਸੀ। ਅਕਸਰ ਆਪਾਂ ਦੇਖਦੇ ਹਾਂ, ਖਾਸ ਕਰਕੇ ਪੰਜਾਬ 'ਚ ਮੈਂ ਦੇਖਿਆ ਕਿ ਜਿਹੜੇ ਲੇਖਕ ਹੁੰਦੇ ਆ ਨਾ, ਉਹਨਾਂ ਦੀ ਆਪਸੀ ਮਹਿਫਲਾਂ ਬਹੁਤ ਲੱਗਦੀਆਂ। ਉਹ ਇੱਕ ਦੂਜੇ ਨੂੰ ਆਪਣੀਆਂ ਕਿਰਤਾਂ ਬਾਰੇ ਜਾਂ ਆਪਣੀਆਂ ਕਹਾਣੀਆਂ ਬਾਰੇ ਵਿਚਾਰ ਚਰਚਾ ਕਰਦੇ ਆ, ਇੱਕ ਦੂਜੇ ਦੀ ਆਲੋਚਨਾ ਵੀ ਹੁੰਦੀ ਆ, ਸਲਾਹਾਂ ਵੀ ਹੁੰਦੀਆਂ। ਤੁਸੀਂ ਇੱਥੇ ਕੈਨੇਡਾ 'ਚ ਬੈਠੇ ਹੋ ਤੇ ਕਾਫੀ ਦੂਰ ਆ ਕੇ ਬੈਠੇ ਹੋ, ਇੱਥੇ ਕਿਤੇ ਵੀ ਸਾਹਿਤਕ ਲੋਕ ਨਾਲ ਤੁਸੀਂ ਮਿਲਦੇ ਹੋ, ਸਾਹਿਤਕ ਮਿੱਤਰਾਂ ਨਾਲ? ਹਾਂਜੀ ਹਾਂਜੀ, ਇੱਥੇ ਇੱਕ ਤਾਂ ਕਲਮਾਂ ਦਾ ਕਾਫਲਾ ਕਾਫੀ ਦੇਰ ਤੋਂ ਚੱਲ ਰਿਹਾ, ਉੱਥੇ ਵੀ ਰਾਈਟਰਸ ਆਉਂਦੇ ਨੇ, ਆਪਣੀ ਨਜ਼ਮਾਂ ਪੜ੍ਹਦੇ ਨੇ ਤੇ ਖਾਸ ਗੱਲਾਂ ਹੁੰਦੀਆਂ ਨੇ। ਲੇਕਿਨ ਅਸੀਂ ਕੁਛ ਸ਼ਾਰਟ ਸਟੋਰੀ ਰਾਈਟਰਸ ਨੇ ਨਾ ਇੱਕ ਆਪਣਾ ਹੋਰ ਬਣਾਇਆ ਹੋਇਆ, ਉਹਨੂੰ ਕਹਾਣੀ ਬੈਠਕ ਕਹਿੰਦੇ ਆ, ਤੇ ਉਹਦੇ ਵਿੱਚ ਕਹਾਣੀਆਂ ਪੜ੍ਹੀਆਂ ਜਾਂਦੀਆਂ ਨੇ, ਉਹਨਾਂ ਦੇ ਉੱਤੇ ਗੱਲਬਾਤ ਹੁੰਦੀ ਹੈ। ਔਰ ਉਹ 3 ਮਹੀਨਿਆਂ 'ਚ ਇੱਕ ਵਾਰੀ ਕਰਦੇ ਆ, ਤੇ ਕਿਉਂਕਿ ਸਾਰੇ ਨੌਕਰੀਆਂ ਕਰਦੇ ਨੇ ਤੇ 3 ਮਹੀਨਿਆਂ 'ਚ ਕੋਈ ਨਾ ਕੋਈ ਨਵੀਂ ਕਹਾਣੀ, ਨਵੀਂ ਚੀਜ਼ ਉਹ ਸਾਡੀ ਚੱਲਦੀ ਹੈ। ਅੱਛਾ, ਤੁਸੀਂ ਖੁਦ ਕੀ ਪੜ੍ਹਨਾ ਪਸੰਦ ਕਰਦੇ ਹੋ? ਪੰਜਾਬੀ ਕਹਾਣੀਆਂ ਪੜ੍ਹਦੇ ਹੋ ਜਾਂ ਕੁਛ ਹੋਰ? ਅੱਜ ਕੱਲ੍ਹ ਕਿਉਂਕਿ ਜਦੋਂ ਬੰਦਾ ਸ਼ੁਰੂਆਤ ਕਰਦਾ ਤਾਂ ਬੰਦਾ ਬੇਸ਼ੱਕ ਆਪਣੇ ਸਾਹਿਤ ਕਰਦਾ, ਪਰ ਫਿਰ ਹੌਲੀ ਹੌਲੀ ਦੁਨੀਆ ਭਰ 'ਚ ਸਾਹਿਤ, ਕਿਉਂਕਿ ਬਹੁਤ ਜ਼ਿਆਦਾ ਲਿਖਿਆ, ਬੜਾ ਮੁੱਲਵਾਨ ਚੀਜ਼ਾਂ ਪਈਆਂ, ਉਹ ਪੜ੍ਹਦਾ। ਤੁਸੀਂ ਅੱਜ ਕੱਲ੍ਹ ਕਿਹੜਾ ਸਾਹਿਤ ਪੜ੍ਹ ਰਹੇ ਹੋ? ਮੈਨੂੰ ਤਾਂ ਜੀ ਜਿਹੜੀ ਕਿਤਾਬ ਪਸੰਦ ਆ ਜਾਏ ਉਹੀ ਪੜ੍ਹ ਲਈਦੀ ਹੈ। ਹੁਣ ਅੱਜ ਕੱਲ੍ਹ ਤਾਂ ਮੈਂ ਉਹ ਸ਼ਾਰਟ ਸਟੋਰੀਜ਼ ਨੇ, ਉਹਨਾਂ ਆਥਰਸ ਦੀਆਂ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਵਿਨ ਕੀਤੇ ਹੋਏ ਹੈ, ਉਹਨਾਂ ਦੀਆਂ ਪੜ੍ਹ ਰਹੀ ਹਾਂ। ਤੇ ਇੱਕ ਹੋਰ ਹੈਗਾ ਪਿਲਗ੍ਰਿਮ ਇਨ ਦ ਪੈਲੇਸ ਆਫ ਵਰਡਸ, ਉਹ ਗਲੈਨ ਡਿਕਸਨ ਦੀ ਕਿਤਾਬ ਹੈ, ਉਹ ਪੜ੍ਹ ਰਹੀ ਹੈ। ਉਹਨੇ ਕੋਈ 6000 ਲੈਂਗੁਏਜਸ ਦੇ ਉੱਤੇ ਰਿਸਰਚ ਕਰਕੇ ਉਹ ਕਿਤਾਬ ਲਿਖੀ ਹੋਈ ਹੈ। ਸੋ ਜਿਹੜੀ ਦਿਲ ਕਰਦਾ ਉਹ ਪੜ੍ਹ ਲੈਂਦੀ ਹੈ, ਕਦੇ ਮੈਗਜ਼ੀਨ ਵੀ ਆ ਜਾਂਦੇ, ਕਦੇ ਕੁਛ ਵੀ, ਲੇਕਿਨ ਕੋਈ ਨਾ ਕੋਈ ਕਿਤਾਬ ਮੇਰੀ ਚੱਲਦੀ ਰਹਿੰਦੀ ਹੈ ਪੜ੍ਹਨ ਵਾਸਤੇ। ਜੀ, ਜਿਹੜੀ ਤੁਸੀਂ 6000 ਲੈਂਗੁਏਜ 'ਤੇ ਕਹਿ ਰਹੇ ਸੀ ਕਿ ਇਹਦੇ ਵਿੱਚ ਉਹਨਾਂ ਸਾਰੀਆਂ ਭਾਸ਼ਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ? ਹਾਂਜੀ ਹਾਂਜੀ, ਉਹਨੇ ਦਿੱਤੀ ਹੈ, ਪਰ ਹਾਲੇ ਮੈਂ ਖ਼ਤਮ ਪੂਰੀ ਨਹੀਂ ਕੀਤੀ, ਇਸ ਲਈ ਮੈਂ ਪਤਾ ਨਹੀਂ ਦੱਸ ਸਕਦੀ। ਲੇਕਿਨ ਉਹਨੇ ਵੱਖਰੀਆਂ ਵੱਖਰੀਆਂ ਭਾਸ਼ਾਵਾਂ, ਵੱਖਰੇ ਜ਼ਮਾਨੇ ਦੇ ਵਿੱਚ, ਵੱਖਰੀ ਸਦੀਆਂ ਦੇ ਵਿੱਚ ਉਸ ਤਰ੍ਹਾਂ ਦਾ ਉਹਨੇ ਕੀਤਾ ਹੈ। ਤੇ ਕਾਫੀ ਉਹਨੇ ਖੋਜ ਵਗੈਰਾ ਕੀਤੀ ਹੈ, ਰਿਸਰਚ ਕੀਤੀ ਹੈ। ਆਦਤ ਸ਼ੌਕ ਹੈ, ਸ਼ੌਕ ਹੋਣ ਕਰਕੇ ਉਹਨੂੰ ਪੂਰਾ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਸੋਚਣਾ ਪੈਂਦਾ ਹੈ। ਜਿਵੇਂ ਮੈਂ ਵੀ ਮਿਹਨਤ ਕਰਕੇ ਨੌਕਰੀ ਕੀਤੀ ਹੈ, ਇੰਨਾ ਪੈਸਾ ਤਾਂ ਹੈ ਨਹੀਂ ਸੀ ਵੀ ਮੈਂ ਨਾ ਘੁੰਮ ਲੈਂਦੀ, ਲੇਕਿਨ ਮੈਂ ਹਰ ਮਹੀਨੇ ਕੁਛ ਪਰਸੈਂਟੇਜ ਜੋੜ ਲੈਣਾ, ਹਰ ਮਹੀਨੇ ਹਰ ਸਾਲ ਆਪਣੀ ਛੁੱਟੀ ਜਮ੍ਹਾਂ ਕਰ ਲੈਣੀ, ਫਿਰ ਸੈਰ ਕਰਨੀ, ਦੁਨੀਆ ਦੇਖਣੀ। ਤੇ
ਖੁਸ਼ ਹੈਗੀ ਹੈ, ਚੰਗਾ ਕੀਤਾ ਮੈਂ। ਕਿਤਾਬਾਂ ਪੜ੍ਹ ਲਈਆਂ, ਲੋਕਾਂ ਨਾਲ ਮਿਲ ਲਏ, ਤੇ ਕਾਫੀ ਹਾਊਸ 'ਚ ਬੈਠ ਕੇ ਬਥੇਰੇ ਅਸੀਂ ਇਕੱਠੇ ਹੋ ਜਾਂਦੇ ਹਾਂ, ਜਾਂਦੇ ਆਪਣੀਆਂ ਗੱਲਾਂ ਕਰਦੇ ਆ, ਕੁਛ ਲਿਖਣ ਦਾ, ਕੁਛ ਕਿਤਾਬ ਦਾ, ਤੇ ਉਹਦੇ ਨਾਲ ਕਾਫੀ ਹੱਲਾਸ਼ੇਰੀ ਮਿਲਦੀ ਹੈ। ਹਾਂਜੀ। ਅੱਛਾ, ਇੱਕ ਸਵਾਲ ਮੇਰੇ ਹੋਰ ਆਇਆ ਇਸ ਦਿਮਾਗ 'ਚ ਕਿ ਇੱਕ ਚਰਚਾ ਅੱਜ ਕੱਲ੍ਹ ਬਹੁਤ ਚੱਲਦੀ ਹੈ ਕੈਨੇਡਾ ਦੇ ਵਿੱਚ, ਜਿਹੜੀ ਨੈਕਸਟ ਜਨਰੇਸ਼ਨ ਆ ਉਹ ਪੰਜਾਬੀ ਨੂੰ ਕਿਵੇਂ ਲੈਂਦੀ ਹੈ, ਜਾਂ ਪੰਜਾਬੀ ਲਿਟਰੇਚਰ ਪੜ੍ਹਦੀ ਹੈ ਕਿ ਨਹੀਂ ਪੜ੍ਹਦੀ। ਤੁਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਰਹਿ ਲਏ ਹੋ, ਮੇਰੇ ਖਿਆਲ ਨਾਲ 40 ਸਾਲ ਤੋਂ ਵੀ ਤੁਹਾਨੂੰ ਵੱਧ ਹੋ ਗਿਆ ਇੱਥੇ ਤਕਰੀਬਨ, ਤੇ ਤੁਹਾਨੂੰ ਕੀ ਐਕਸਪੀਰੀਅੰਸ ਹੈ, ਕਿ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਅਗਲੀ ਜਨਰੇਸ਼ਨ ਹੈ ਜਿਹੜਾ ਉਹ ਪੰਜਾਬੀ ਨੂੰ ਜਾਂ ਪੰਜਾਬੀ ਲਿਟਰੇਚਰ ਨੂੰ ਕੈਨੇਡਾ ਦੇ ਵਿੱਚ ਕਿੱਦਾਂ ਲੈ ਰਹੀ ਹੈ? ਦੇਖੋ, ਮੈਂ ਇਹਦਾ ਸਰਵੇ ਤਾਂ ਕੀਤਾ ਨਹੀਂ ਕਿ ਸਾਰੇ ਕੈਨੇਡਾ ਵਿੱਚ ਕੀ ਹੋ ਰਿਹਾ ਹੈ। ਮੇਰੀ ਤਾਂ ਇਹ ਛੋਟੀ ਜਿਹੀ ਹੈ, ਜਿੰਨਾ ਕੁ ਵੀ ਮੈਂ ਜਾਣਦੀ ਹਾਂ, ਜਿਹੜੇ ਮਾਂ ਪਿਓ ਜ਼ਿਆਦਾ ਜ਼ੋਰ ਦਿੰਦੇ ਨੇ, ਇੱਥੇ ਪੰਜਾਬੀ ਦੇ ਸਕੂਲ ਵੀ ਖੁੱਲ੍ਹੇ ਹੋਏ ਨੇ, ਭਾਵੇਂ ਉਹ ਇੱਕ ਗੁਰਦੁਆਰੇ ਦੇ ਵਿੱਚ ਵੀ ਉਹ ਰੈਕਗਨਾਈਜ਼ ਹੋ ਗਿਆ ਸਕੂਲ ਹੁਣ ਤਾਂ, ਉੱਥੇ ਪੰਜਾਬੀ ਪੜ੍ਹਾਉਂਦੇ ਨੇ। ਪਰ ਜਿਹੜੇ ਲੋਕ ਇਹ ਨਹੀਂ ਕਰ ਸਕਦੇ, ਉਹਨਾਂ ਦੇ ਬੱਚੇ, ਮੇਰਾ ਨਹੀਂ ਖਿਆਲ ਅਗਲੀ ਜਨਰੇਸ਼ਨ ਉਹ ਪੰਜਾਬੀ ਪੜ੍ਹਨ। ਬੋਲ ਲੈਂਦੇ ਨੇ, ਲੇਕਿਨ ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀ। ਸੋ ਹੁਣ ਮੈਂ ਨਹੀਂ ਕਹਿ ਸਕਦੀ ਵੀ ਕੀ ਬਣੂਗਾ, ਪਰ ਮੈਨੂੰ ਬਹੁਤ ਜ਼ਿਆਦਾ ਉਮੀਦ ਨਹੀਂ ਹੈ। ਪਰ ਫਿਰ ਵੀ ਜਿੰਨੇ ਵੀ ਲੋਕ ਮਿਹਨਤ ਕਰਦੇ ਨੇ, ਬਹੁਤ ਅੱਛੀ ਗੱਲ ਹੈ ਜੀ। ਜਾਂਦੇ ਜਾਂਦੇ ਤੁਸੀਂ ਕੁਝ ਸਾਡੇ ਦਰਸ਼ਕਾਂ ਨਾਲ ਲਈ ਕੋਈ ਖਾਸ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਮੇਰੇ ਤਾਂ ਸਾਰੇ ਸੁਨੇਹੇ ਖਾਸ ਨੇ। ਮੈਂ ਇਹ ਕਹਾਂਗੀ ਕਿ ਆਪਣੇ ਸਿਰ ਬੈਠ ਕੇ ਗੱਲਾਂ ਕਰਨ ਦੇ ਨਾਲ ਕਿਸੇ ਨੂੰ ਸ਼ਾਇਦ ਕੋਈ ਗੱਲ ਅੱਛੀ ਪਸੰਦ ਆਈ ਹੋਵੇ, ਤੇ ਪਸੰਦ ਆਈ ਹੋਵੇ ਉਹ ਵੀ ਇਸ ਤੋਂ ਕੋਈ ਹੌਸਲਾ ਜਾਂ ਇੰਸਪੀਰੇਸ਼ਨ ਲੈਣ, ਤੇ ਬੜੀ ਖੁਸ਼ੀ ਹੋਏਗੀ। ਤੇ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰ ਲਓ ਬੈਠ ਕੇ। ਜੀ। ਤਾਂ ਬਾਕੀ ਤੁਹਾਡਾ ਵੀ ਬਹੁਤ ਸ਼ੁਕਰੀਆ, ਜਿਹੜੇ ਤੁਸੀਂ ਇੰਨੀ ਦੂਰੋਂ ਆ ਕੇ ਮੇਰੇ ਨਾਲ ਬੈਠੇ ਹੋ, ਗੱਲਾਂ ਕੀਤੀਆਂ ਨੇ। ਹਾਂ, ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਜੀ, ਧੰਨਵਾਦ। ਜੇ ਮੌਕਾ ਮਿਲਿਆ ਤਾਂ ਫਿਰ ਦੁਬਾਰਾ ਤੁਹਾਡੇ ਕੋਲ ਆਵਾਂਗੇ ਹੋਰ ਗੱਲਾਂ ਕਰਨ ਲਈ। ਜ਼ਰੂਰ ਆਇਓ ਜੀ। ਸੋ ਇਹ ਸਨ ਸਾਡੇ ਨਾਲ ਅੱਜ ਮਿੰਨੀ ਗਰੇਵਾਲ। ਦੱਸਿਆ ਉਹਨਾਂ ਨੇ ਉਹਨਾਂ ਦੇ ਸਫ਼ਰ ਬਾਰੇ। ਜਿਵੇਂ ਕਿ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਬੇਸ਼ੱਕ ਜ਼ਿੰਦਗੀ ਸਭ ਲਈ ਇੱਕ ਸਫ਼ਰ ਆ, ਪਰ ਕਈਆਂ ਦਾ ਸਫ਼ਰ ਬਹੁਤ ਸੀਮਿਤ ਹੁੰਦਾ, ਅਤੇ ਕਈ ਇਸ ਸਫ਼ਰ ਵਿੱਚ ਪੂਰੀ ਦੁਨੀਆ ਘੁੰਮ ਲੈਂਦੇ ਨੇ। ਸੋ ਮਿੰਨੀ ਗਰੇਵਾਲ ਉਹਨਾਂ ਵਿੱਚੋਂ ਆ ਜਿਨ੍ਹਾਂ ਨੇ ਇੱਛਾ ਸੀ ਕਿ ਉਹਨਾਂ ਨੇ ਇਹ ਜਿਹੜੀ ਦੁਨੀਆ ਆ ਜਿੱਥੇ ਉਹ ਆਏ ਨੇ ਉਹ ਘੁੰਮ ਕੇ ਦੇਖਣੀ ਆ, ਅਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਕਿ ਕਿਵੇਂ ਉਹ ਘੁੰਮੇ। ਹਾਲਾਂਕਿ ਨਾਲ ਨੌਕਰੀ ਵੀ ਕੀਤੀ, ਨਾਲ ਇਹਨਾਂ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕੀਤਾ, ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ, ਪਰ ਉਹਦੇ ਵਿੱਚੋਂ ਸਮਾਂ ਕੱਢ ਕੇ ਉਹਨਾਂ ਨੇ ਲਿਖਿਆ ਵੀ। 7 ਕਿਤਾਬਾਂ ਹੁਣ ਤੱਕ ਲਿਖ ਚੁੱਕੇ ਨੇ, ਅੱਗੇ ਕੰਮ ਜਾਰੀ ਹੈ। ਅਤੇ ਉਸ ਤੋਂ ਬਾਅਦ ਜਿਹੜੀ ਸਾਰੀ ਦੁਨੀਆ ਘੁੰਮੀ ਆ, ਸੋ ਕਿਤੇ ਨਾ ਕਿਤੇ ਇੱਕ ਪ੍ਰੇਰਨਾ ਮਿਲਦੀ ਆ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਇਹ ਲੱਗਦਾ ਕਿ ਸ਼ਾਇਦ ਕੰਮ ਤੋਂ ਘਰ ਅਤੇ ਘਰ ਤੋਂ ਕੰਮ ਅਤੇ ਪਰਿਵਾਰ ਦੇ ਵਿੱਚ ਰਹਿਣਾ ਸਿਰਫ ਇੰਨੀ ਕੀ ਦੁਨੀਆ ਵਾ, ਇਸ ਤੋਂ ਅੱਗੇ ਸ਼ਾਇਦ ਇਸ ਦੁਨੀਆ 'ਚ ਕੁਛ ਨਹੀਂ। ਸੋ ਇਹੋ ਜਿਹੀਆਂ ਹੋਰ ਸ਼ਖਸੀਅਤਾਂ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਰਹਾਂਗੇ, ਜਦ ਤੱਕ ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।